देश दुनिया च वसते पंजाबियों को जी आया। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट हरजीत भास्कर जी और इंद्रप्रीत जी। मैं जी आया आखना बहुत बहुत शुक्रिया रंधावा जी। सारे सत श्री अकाल जी। पटवारियों तो बाद हुण डीसी दफ्तर के कामियां ने जिहड़ी स्ट्राइक करनी सी उहदे विच एक मोड़ आ, एक अहम ऐलान आया। उधर पटवारियों के आपसी वखरेविਆਂ का जिक्र हो रहा, वो की वखरेवे ने ਉਹਦੇ ਨਾਲ भी ਤੁਹਾਡੀ एक पंछी झात पवाने कि आपस ਵਿੱਚ बन नहीं रही। हुण कुछ लोग ये वापस आना चाहते हैं, मतभेद ਵਧੇ ਹੋਏ ਨੇ। ਤੀਜੀ ਗੱਲ भी काफ़ी अहम आ, कल मोहन भागवत RSS प्रमुख पंजाब ਦੇ ਵਿੱਚ ਸੀਗੇ। ਤੀਜੇ ਨੰਬਰ ਦੇ ਉੱਤੇ ਗੱਠਜੋੜਾਂ ਦੇ ਮਾਮਲੇ 'ਚ ਵੀ ਕੁਝ ਨਵਾਂ ਹੈ। 13 ਤਰੀਕ ਨੂੰ ਤਾਲਮੇਲ ਕਮੇਟੀ ਬੈਠ ਰਹੀ ਆ INDIA ਦੀ। ਇਹਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਤੇ ਖਾਸ ਤੌਰ ਤੇ ਸੱਤਾਧਾਰੀਆਂ ਆਮ ਆਦਮੀ ਪਾਰਟੀ ਦਾ ਕੀ ਹੋਣ ਵਾਲਾ, ਇੱਧਰ ਸੱਤਾਧਾਰੀਆਂ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਇਹਦੇ ਵਿੱਚ ਕੁਝ ਡਿਵੈਲਪਮੈਂਟ ਆ, ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆਂ। ਤੇ ਨਾਲ ਦੀ ਨਾਲ ਹੀ ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤਿਆਂ ਦੇ ਵਿੱਚ ਵੀ ਇੱਕ ਖੜੋਤ ਹੈ। ਸੁਖਬੀਰ ਸਿੰਘ ਬਾਦਲ ਕੱਲਿਆਂ ਤੁਰਨ ਦੀ ਗੱਲ ਕਰ ਰਹੇ ਆ ਤੇ ਸੁਨੀਲ ਜਾਖੜ ਵੀ ਆਪਣੇ ਤੌਰ ਤੇ ਕੁਝ ਕਹਿ ਰਹੇ ਨੇ। ਇਹਦੇ ਤੇ ਵੀ ਜਾਣੇ ਆ, ਲੇਕਿਨ ਅਹਿਮ ਰਹੂਗਾ ਇਹ ਗੱਲ ਕਰਨੀ ਕਿ ਪੂਰੇ ਦੇਸ਼ ਦੀ ਰਾਜਨੀਤੀ ਵਿੱਚ ਨਵਾਂ ਕੀ ਆ, ਫੜੋ ਫੜਾਈਆਂ ਦਾ ਦੌਰ ਕਿਹੋ ਜਿਹਾ। ਇੱਕ ਗੱਲ ਬਹੁਤ ਜ਼ਰੂਰੀ, ਮੁੱਖ ਮੰਤਰੀ ਦਫ਼ਤਰ ਦੇ ਵਿੱਚ ਨਵਾਂ ਕੀ ਵਾਪਰ ਰਿਹਾ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ ਮੈਨੂੰ ਦੱਸਿਓ ਜ਼ਰਾ, ਇਹ ਮਿਨਿਸਟਰੀਅਲ ਸਟਾਫ ਡੀਸੀ ਦਫ਼ਤਰਾਂ ਦੇ ਕੰਮ ਰੋਕ ਦੇਣਗੇ ਜਾਂ ਕੰਮ ਤੋਰੀ ਰੱਖਣਗੇ? ਕਿੱਥੇ ਕਿ ਗੱਲਬਾਤ ਪਹੁੰਚੀ ਆ? ਡਰ ਗਏ ਨੇ, ਪਿਛਾਂ ਹਟ ਗਏ ਨੇ, ਇਹਨਾਂ ਦੀਆਂ ਗੱਲਾਂ ਮੰਨ ਲੀਆਂ ਗਈਆਂ, ਸਰਕਾਰ ਨੇ ਪੈਰ ਪਿਛਾਂ ਖਿੱਚਿਆ, ਕੀ ਸਾਰੀ ਸਥਿਤੀ? ਰੰਧਾਵਾ ਸਾਹਿਬ ਦੇਖੋ, ਜਿਸ ਤਰ੍ਹਾਂ ਪਟਵਾਰੀਆਂ ਦੀ ਹੜਤਾਲ ਨੂੰ ਸਰਕਾਰ ਨੇ ਸਖਤੀ ਨਾਲ ਨਿਪਟਿਆ, ਜਿਸ ਤਰ੍ਹਾਂ ਐਸਮਾ ਵਰਗੀ ਸਥਿਤੀ ਲਗਾ ਕੇ, ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਇਹ ਜਿਹੜੀ ਅੱਜ ਤੋਂ ਸਟਾਰਟ ਹੋਣੀ ਸੀ 11, 12, 13 3 ਦਿਨ ਦੀ ਮਿਨਿਸਟਰੀਅਲ ਸਟਾਫ ਦੀ ਵੀ ਹੜਤਾਲ ਸੀਗੀ। ਡੀਸੀ ਆਫਿਸਿਸ ਦੇ ਸਾਰੇ ਜਿਹੜੇ ਕਾਮੇ ਨੇ ਉਹ ਵੀ ਕਲਮ ਛੋੜੋ ਹੜਤਾਲ ਲਈ ਅੱਜ ਬਜਟ ਸੀਗੇ। ਪਰ ਜਿਸ ਤਰ੍ਹਾਂ ਦੀ ਹੜਤਾਲ ਉਹਨਾਂ ਦੀ ਹੋਈ ਹੈ ਪਟਵਾਰੀਆਂ ਦੀ, ਉਸ ਤੋਂ ਉਹਨੂੰ ਦੇਖਦੇ ਹੋਏ ਇਹਨਾਂ ਨੇ ਅੱਜ ਆਪਣੀ ਹੜਤਾਲ ਵਾਪਸ ਲੈ ਲਈ ਹੈ। ਔਰ ਕਿਹਾ ਇਹ ਹੈ ਕਿ ਜਿਹੜੀ ਸਟੈਨੋ ਕਾਡਰ ਹੈਗਾ ਉਹ ਵੀ ਜਿਹੜਾ ਹੈਗਾ ਇਹਦੇ ਵਿੱਚ ਸ਼ਾਮਲ ਹੋਵੇ, ਵੀ ਕਲਰਕਾਂ ਤੋਂ ਸੀਨੀਅਰ ਕਲਰਕ, ਉਸ ਤੋਂ ਬਾਅਦ ਸੁਪਰਡੈਂਟ, ਅਸਿਸਟੈਂਟ ਤੋਂ ਬਾਅਦ ਸੁਪਰਡੈਂਟ 2, 1, ਜੋ ਵੀ ਇਹਨਾਂ ਦਾ ਕਾਡਰ ਹੈਗਾ, ਉਹ ਨਾਇਬ ਤਹਿਸੀਲਦਾਰ ਤੱਕ ਜਿਹੜਾ ਕਾਡਰ ਜਾਂਦਾ ਹੈ, ਉਹ ਚ ਸਟੈਨੋਆਂ ਨੂੰ ਵੀ ਸ਼ਾਮਲ ਕੀਤਾ ਜਾਏ। ਸੋ ਉਹ ਇੱਕ ਮਤਲਬ ਮੰਗ ਪਾਈ ਗਈ ਆ ਹੋਰ, ਕਿਉਂਕਿ ਸਟੈਨੋ ਜਿਹੜੇ ਹੈਗੇ ਆ ਉਹ ਬਿਲਕੁਲ ਵੀ ਨਾਲ ਚੱਲਣ ਲਈ ਤਿਆਰ ਨਹੀਂ ਸੀ ਵੀ ਸਾਡੀ ਤਾਂ ਮੰਗ ਤੁਸੀਂ ਪਾਈ ਨਹੀਂ ਰਹੇ। ਜਿਹੜੀ ਮੇਨ ਮੰਗ ਸਾਡੀ ਹੈ ਵੀ ਸਾਨੂੰ ਵੀ ਤਾਂ ਸ਼ਾਮਿਲ ਕਰੋ, ਇਹ ਤਾਂ ਕਲਰਕਾਂ ਤੋਂ ਤੁਸੀਂ ਵਾਲਾ ਕਾਡਰ ਤਾਂ ਖਿੱਚ ਲਿਆ, ਅਸੀਂ ਕਿੱਥੇ ਜਾਵਾਂਗੇ। ਸੋ ਇੱਕ ਤਾਂ ਉਹਨਾਂ ਦੀ ਜਿਹੜੀ ਹੈਗੀ ਹੈ ਉਹ ਵਿੱਚ ਪਾ ਲਈ ਹੈ, ਤੇ ਨਾਲ ਹੀ ਇਹ ਕਹਿਤਾ ਹੈ ਕਿ ਅਸੀਂ ਹੜਤਾਲ ਨਹੀਂ ਕਰਾਂਗੇ, ਅਸੀਂ ਅਲੱਗ ਰਵਾਂਗੇ। ਸੋ ਦੂਜੇ ਪਾਸੇ ਜੇ ਪਟਵਾਰੀਆਂ ਦੀ ਵੀ ਹੜਤਾਲ ਦੇਖੀ ਜਾਵੇ, ਪਟਵਾਰੀਆਂ ਦੀ ਵੀ ਹੜਤਾਲ ਜਿਹੜੀ ਹੈਗੀ ਹੈ ਉਹ ਹੁਣ ਲਗਭਗ ਖਤਮ ਹੀ ਹੋ ਗਈ ਹੈ, ਕਿਉਂਕਿ ਇੱਕ ਵੱਡਾ ਗਰੁੱਪ ਜਿਹੜਾ ਹੈਗਾ ਉਹ ਮੇਨ ਗਰੁੱਪ ਤੋਂ ਬਾਗੀ ਹੋ ਗਿਆ ਤੇ ਉਹਨੇ ਇੱਕ ਆਪਣੀ ਅਲੱਗ ਯੂਨੀਅਨ ਬਣਾ ਲਈ ਹੈ। ਸੋ ਮੈਨੂੰ ਇਹ ਲੱਗ ਰਿਹਾ ਹੈ ਕਿ, ਔਰ ਉਹਨਾਂ ਨੇ ਸਾਫ਼ ਤੌਰ ਤੇ ਕਹਿਤਾ ਹੈ ਕਿ ਜਿਹੜੇ ਐਟ ਪ੍ਰੈਜ਼ੈਂਟ ਹੈਗੇ ਨੇ ਪ੍ਰਧਾਨ, ਜਨਰਲ ਸੈਕਟਰੀ ਜਾਂ ਹੋਰ ਜੋ ਵੀ ਹੈਗੇ ਨੇ, ਉਹ ਬੜਾ ਤਾਨਾਸ਼ਾਹੀ ਵਾਲਾ ਰੁਖ ਅਖਤਿਆਰ ਕਰੀ ਬੈਠੇ ਆ। ਇਸ ਕਰਕੇ ਅਸੀਂ ਉਹਨਾਂ ਨਾਲ ਨਹੀਂ ਚੱਲਣਾ ਤੇ ਅਸੀਂ ਇੱਕ ਅਲੱਗ ਧੜਾ ਬਣਾ ਲਿਆ। ਤਾਂ ਉਹਨਾਂ ਨੇ ਵੀ ਇੱਕ ਨਵੀਂ ਦਾ ਰੈਵਨਿਊ ਪਟਵਾਰ ਕਾਨੂੰਗੋ ਯੂਨੀਅਨ ਨਵੀਂ ਬਣਾ ਲਈ ਹੈ। ਸੋ ਉਹ ਬਿਲਕੁਲ ਅਲੱਗ ਧੜਾ ਹੋ ਗਿਆ। ਪਟਵਾਰਾ ਯੂਨੀਅਨ ਜਿਹੜੀ ਪਹਿਲਾਂ ਸੀ ਉਹ ਅਲੱਗ ਧੜਾ ਹੋ ਗਿਆ। ਹੁਣ ਇਹਦੇ ਵਿੱਚ ਵੀ ਇਹ ਵੀ ਸਾਫ਼ ਹੈ, ਕਿਉਂਕਿ ਉਹਨਾਂ ਨੂੰ ਵੀ ਲੱਗ ਰਿਹਾ ਵੀ ਕਿਤੇ ਜਿਹੜੀ ਸਰਕਾਰ ਨੇ ਇਹ ਕਿਹਾ ਵੀ ਦੂਰ ਦਰਾਡੇ ਕਰੋ ਟਰਾਂਸਫਰ, ਇਹਨਾਂ ਦੀਆਂ ਜਿਹੜੇ ਜ਼ਿਆਦਾ ਹੜਤਾਲਾਂ ਕਰਨ ਦੀ ਸੋਚ ਰਹੇ ਹੈ, ਤਾਂ ਉਸ ਤੋਂ ਮੈਨੂੰ ਲੱਗਦਾ ਕਿ ਸ਼ਾਇਦ ਕਈ ਵਾਰ ਬੰਦਾ ਡਰ ਵੀ ਜਾਂਦਾ ਵੀ ਕਿੱਥੇ ਆਪਣਾ ਪਰਿਵਾਰ ਛੱਡ ਕੇ ਇੰਨੀ ਦੂਰ ਜਾਵਾਂਗੇ, ਅਸੀਂ ਸਰਕਾਰ ਦੇ ਨਾਲ ਹੀ ਚੱਲਦੇ ਹਾਂ। ਔਰ ਉਹਨਾਂ ਨੇ ਇਹ ਵੀ ਐਲਾਨ ਕਰਤਾ ਵੀ ਉਹ ਜਿੰਨਾ ਵੀ ਹੜ੍ਹ ਨਾਲ ਸੰਬੰਧਿਤ ਕੰਮ ਹੈ, ਚਾਹੇ ਗਿਰਦਾਵਰੀਆਂ ਹੋਣ, ਚਾਹੇ ਉਹਨਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਦੀ ਗੱਲ ਹੋਵੇ, ਚਾਹੇ ਰਾਤ ਜਿਹੜਾ ਜੋ ਵੀ ਗਿਰਦਾਵਰੀ ਤੋਂ ਬਾਅਦ ਮੁਆਵਜ਼ੇ ਦੇਣ ਦੀ ਗੱਲ ਹੋਵੇ, ਉਹ ਸਾਰਿਆਂ ਦੇ ਵਿੱਚ ਸਹਿਯੋਗ ਕਰਨਗੇ ਤੇ ਕੰਮ ਕਰਨਗੇ ਬੈਠ ਕੇ। ਸੋ ਇਹ ਦੋਨੋਂ ਹੜਤਾਲਾਂ ਜਿਹੜੀਆਂ ਨੇ, ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਸਰਕਾਰ ਨੇ ਇੱਕ ਤਰ੍ਹਾਂ ਦਾ ਸਖਤੀ ਵਾਲਾ ਕਦਮ ਚੱਕਿਆ, ਉਸ ਤੋਂ ਇਹ ਲੱਗ ਰਿਹਾ ਹੈ ਕਿ ਇਹ ਸਾਰੇ ਦੀ ਸਾਰੀ ਯੂਨੀਅਨ ਜਿਹੜੀਆਂ ਨੇ ਇਹ ਇੱਕ ਰਾਹ ਤੇ ਆ ਗਈਆਂ, ਦੁਬਾਰਾ ਆਪਣੇ ਜਿਹਨੂੰ ਕਹਿੰਦੇ ਆ ਵੀ ਪਟੜੀ ਤੇ ਆ ਗਈਆਂ। ਹੁਣ ਸਰਕਾਰਾਂ ਨਾਲ ਪੰਗਾ ਕਿੱਥੇ ਪੁੱਗਦਾ ਭਾਸਕਰ ਸਾਹਿਬ? ਮੈਨੂੰ ਲੱਗਦਾ ਹੈ ਕਿ ਜਦੋਂ ਮੁੱਖ ਮੰਤਰੀ ਬਜਟ ਹੋ ਜਾਣ ਕਿ ਕਰ ਲੋ ਜੋ ਕਰਨਾ, ਆ ਗਏ ਅਸੀਂ ਨਹੀਂ, ਲੜਾਈ ਕੌਣ ਲੜਦਾ ਹੁੰਦਾ ਜੀ? ਇਹ ਤਾਂ ਅੰਦੋਲਨ ਹੁੰਦਾ ਹੈ, ਤੇ ਅੰਦੋਲਨ ਨੂੰ ਜਦੋਂ ਯੁੱਧ ਵਿੱਚ ਤਬਦੀਲ ਕਰਤਾ ਜਾਏ, ਰੋਜੀ ਰੋਟੀ ਲਈ ਘਰੋਂ ਨਿਕਲੇ ਕਿੱਥੇ ਲੜਨ ਜੋਗੇ ਹੁੰਦੇ ਆ ਜੀ? ਇਹ ਤਾਂ ਸਰਕਾਰਾਂ ਮਾਈ ਬਾਪ ਹੁੰਦੀਆਂ। ਜੇ ਸਰਕਾਰਾਂ ਕਹਿਣ ਪੱਟ ਤੇ ਥਾਪੀ ਮਾਰ ਕੇ ਆ ਜਾਓ, ਵੇਖ ਲਾਂਗੇ ਤੁਹਾਨੂੰ,
ਖੈਰ ਪਟਵਾਰੀਆਂ ਦੀ ਇਮੇਜ ਅੱਛੀ ਨਹੀਂ, ਕੋਈ ਹੋਰ ਹੁੰਦਾ ਸ਼ਾਇਦ ਸਮਰਥਨ ਮਿਲ ਜਾਂਦਾ। ਪਟਵਾਰੀਆਂ ਨੇ ਆਪਣੇ ਹਿੱਸੇ ਦਾ ਕੰਮ ਹੀ ਮੈਨੂੰ ਲੱਗਦਾ ਇੰਨਾ ਕੁ ਸੋਹਣਾ ਕੀਤਾ ਹੋਇਆ ਵੀ ਉਹਨਾਂ ਨਾਲ ਕਈ ਵਾਰੀ ਆਪਣੇ ਰਿਸ਼ਤੇਦਾਰ ਵੀ ਨਾਰਾਜ਼ ਹੀ ਹੁੰਦੇ। ਭਾਸਕਰ ਸਾਹਿਬ, ਇੱਥੇ ਇੱਕ ਨਿੱਕੀ ਜਿਹੀ ਟਿੱਪਣੀ, ਫਿਰ ਮੁੱਖ ਮੰਤਰੀ ਦਫ਼ਤਰ ਵੱਲ ਚੱਲਿਓ। ਮੈਂ ਕੱਲ ਵੀ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਪੰਚਾਇਤੀ ਮਾਮਲੇ ਦੀ ਜਾਂਚ ਹੈ ਉਹ ਜਾਂਚ ਕੁਝ ਹੋਰ ਦਿਸ਼ਾ 'ਚ ਹੈ, ਔਰ ਜਾਂਚ ਇਹ ਪਹਿਲਾਂ ਹੋ ਜਾਣੀ ਚਾਹੀਦੀ ਸੀ। ਜਦੋਂ ਤੁਸੀਂ ਕਿਸੇ ਨੂੰ ਦੋਸ਼ੀ ਗਰਦਾਨ ਦਿੰਦੇ ਹੋ ਤੇ ਉਸ ਤੋਂ ਬਾਅਦ ਜਾਂਚ ਦਾ ਐਲਾਨ ਕਰਦੇ ਹੋ, ਫਿਰ ਥੋੜਾ ਜਿਹਾ ਅਟਪਟਾ ਲੱਗਦਾ ਹੈ। ਹੁਣ ਗਾਂ ਵੀ ਕਿਸੇ ਨੂੰ ਤੁਸੀਂ ਫਾਈਲ ਭੇਜੋਗੇ, ਉਹਨਾਂ ਪੁੱਛਣਾ ਵੀ ਜਾਂਚ ਹੁਣ ਕਾਹਦੀ ਕਰਦੇ ਹੋ, ਜਾਂਚ ਕਰਕੇ ਤੁਸੀਂ ਬੰਦੇ ਸਸਪੈਂਡ ਕਰ ਲੈਂਦੇ, ਟਿਕਾਲ ਕੀ ਸੀ। ਮੈਨੂੰ ਲੱਗਦਾ ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ, ਤੀਜੀ ਤੋਂ ਬਾਅਦ ਚੌਥੀ ਗਲਤੀ ਅਨੁਭਵਹੀਣਤਾ ਦੀ ਤੇ ਬਿਊਰੋਕ੍ਰੇਸੀ ਦਾ ਕੋਆਪਰੇਟ ਨਾ ਕਰਨਾ ਸਰਕਾਰ ਨੂੰ, ਇਹਦੀ ਸਾਫ਼ ਝਲਕ ਹੈ। ਸਰਕਾਰ ਦੀ ਵਰਕਿੰਗ ਕਟਹਿਰਿਆਂ 'ਚ ਖੜੀ ਹੈ, ਇਹਨੂੰ ਵੀ ਆਪਾਂ ਅੱਗੇ ਜਾ ਕੇ ਲੈਨੇ ਆ। ਪਰ ਇਹਦੇ ਤੇ ਇੱਕ ਛੋਟੀ ਜਿਹੀ ਟਿੱਪਣੀ, ਦੋਨੇ ਚੀਜ਼ਾਂ ਕਲੱਬ ਹੀ ਕਰ ਦਿਓ। ਜਿੱਥੇ ਤੱਕ ਪਟਵਾਰੀਆਂ ਦੀ ਹੜਤਾਲ ਦੀ ਗੱਲ ਹੈਗੀ ਹੈ, ਇਸ ਗੱਲ ਦੀ ਕੰਸੋਲ ਤੋਂ ਪਹਿਲੇ ਲੱਗ ਗਈ ਸੀ ਕਿ ਪਟਵਾਰੀਆਂ ਦੇ ਵਿੱਚ ਯੂਨੀਅਨ ਨੂੰ ਲੈ ਕੇ ਦੋ ਫਾੜ ਹੋ ਚੁੱਕੀਆਂ। ਬਹੁਤ ਸਾਰੇ ਪਟਵਾਰੀ ਵਾਪਸ ਆਉਣਾ ਚਾਹੁੰਦੇ ਸੀ, ਪਰ ਉਹਨਾਂ ਦੇ ਪ੍ਰਧਾਨ ਰੋਕ ਕੇ ਰੱਖਦੇ ਸੀ। ਇਹੀ ਵਜ੍ਹਾ ਸੀਗੀ ਕਿ ਪਿਛਲੇ ਦਿਨ ਜਲੰਧਰ ਦੇ ਵਿੱਚ ਇੱਕ ਪ੍ਰੈਸ ਨੋਟ ਜਾਰੀ ਕੀਤਾ, ਜਿਹਦੇ ਵਿੱਚ 19 ਪਟਵਾਰੀਆਂ ਤੇ ਰਿਜ਼ਾਈਨ ਦੇਣ ਦੀ ਗੱਲ ਯੂਨੀਅਨ ਨੇ ਆਪਣੇ ਪ੍ਰੈਸ ਨੋਟ ਦੇ ਵਿੱਚ ਲਿਖੀ। ਔਰ ਡੀਸੀ ਸਾਹਿਬ ਨਾਲ ਜਦ ਇਹ ਗੱਲ ਪੁੱਛੀ ਗਈ ਤੇ ਕਹਿੰਦੇ ਨਹੀਂ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਔਰ ਉਸ ਗੱਲ ਦੇ ਉੱਤੇ ਹੀ ਗੱਲ ਅੱਗੇ ਵੱਧਦੀ ਹੁਣ ਇੱਥੇ ਖੜੀ ਹੈ ਕਿ ਇੱਕ ਵੱਖਰੀ ਯੂਨੀਅਨ ਬਣ ਗਈ, ਪਟਵਾਰੀ ਦੋ ਪਾੜ ਹੋ ਗਏ। ਤੁਹਾਡੀ ਗੱਲ ਰੰਧਾਵਾ ਜੀ ਬਿਲਕੁਲ ਠੀਕ ਹੈ, ਪਟਵਾਰੀਆਂ ਦੀ ਜਗ੍ਹਾ ਕੋਈ ਹੋਰ ਹੁੰਦਾ ਤੇ ਸ਼ਾਇਦ ਇਹ ਸਟ੍ਰਾਈਕ ਜਾਂ ਇਹ ਗੱਲ ਕਿਸੇ ਅਨੇ ਬੰਨੇ ਲੱਗਦੀ। ਪਰ ਹੁਣ ਕਿਉਂਕਿ ਪਟਵਾਰੀ ਉਹਨਾਂ ਦੀ ਇਮੇਜ ਠੀਕ ਨਹੀਂ ਹੈਗੀ, ਇਸ ਪੋਸਟ ਦੇ ਵਿੱਚ ਜਿਸ ਤਰੀਕੇ ਨਾਲ ਅੱਗੇ ਦੋ ਚਾਰ ਬੰਦੇ ਰੱਖੇ ਹੋਏ ਨੇ ਪਟਵਾਰੀਆਂ ਨੇ, ਇਹ ਗੱਲ ਵੀ ਅੱਗੇ ਤੁਰੀ। ਚਲੋ ਇਹ ਹੋਣਾ ਹੀ ਸੀਗਾ ਜਿਹੜਾ ਹੋ ਗਿਆ। ਹੁਣ ਗੱਲ ਕਰੀਏ ਮੁੱਖ ਮੰਤਰੀ ਦੇ ਉਸ ਦਫ਼ਤਰ ਦੇ ਵਿੱਚ ਜਿਹਦੇ ਵਿੱਚ ਵੈਸੇ ਭਾਸਕਰ ਸਾਹਿਬ, ਇਹਨਾਂ ਨੂੰ ਵੀ ਨਾ ਆ ਸਟ੍ਰਾਈਕ ਤੋਂ ਵਿਹਲੇ ਹੁੰਦੇ ਆ ਤੇ ਕਿਸੇ ਪਾਸੇ ਚਲੋ ਲੱਗ ਜੇ ਗੱਲ, ਤੇ ਇਹਨਾਂ ਨੂੰ ਕਿਸੇ ਪੀਰ ਬਾਬੇ ਦੀ ਸਮਾਧ ਤੇ ਜਾ ਕੇ ਨਾ ਜੀ ਭੁੱਲ ਬਖਸ਼ਾ ਲੈਣੀ ਚਾਹੀਦੀ ਪਟਵਾਰੀਆਂ ਨੂੰ। ਇਹ ਵੀ ਮੈਨੂੰ ਲੱਗਦਾ ਘਰ ਵਾਪਸੀ ਲਈ ਇਹਨਾਂ ਨੂੰ ਕੋਈ ਚਾਰਾਜੋਈ ਕਰਨੀ ਚਾਹੀਦੀ ਆ। ਸੋ ਭਾਸਕਰ ਸਾਹਿਬ, ਹੁਣ ਸੀਐਮਓ ਦੀ ਗੱਲ ਕਰ ਲਓ ਜਰਾ। ਹੁਣ ਗੱਲ ਕਰੀਏ ਮੁੱਖ ਮੰਤਰੀ ਦੇ ਉਸ ਦਫ਼ਤਰ ਦੀ, ਜਿਸ ਦਫ਼ਤਰ ਦੇ ਰਾਹੀਂ 2 IAS ਆਫੀਸਰ ਨੂੰ ਇਸ ਕਰਕੇ ਟੰਗਤਾ ਕਿ ਉਹ ਜਿਹੜੀ ਪੰਚਾਇਤਾਂ ਦੀ ਨੋਟੀਫਿਕੇਸ਼ਨ ਇਲੈਕਸ਼ਨ ਦੀ ਕੀਤੀ ਸੀ ਜਾਂ ਭੰਗ ਕਰਨ ਦੀ ਕੀਤੀ ਸੀਗੀ, ਉਸ ਭੰਗ ਕਰਨ ਦੀ ਨੋਟੀਫਿਕੇਸ਼ਨ ਦੇ ਵਿੱਚ ਲਕੂਨੇ ਸੀਗੇ ਕਈ। ਔਰ ਉਹ ਕਿਉਂ ਸੀਗੇ? ਭਾਵੇਂ 2 IAS ਆਫੀਸਰ ਨੂੰ ਟੰਗਿਆ ਜਾ ਚੁੱਕਿਆ, ਪਰ ਹਜੇ ਵੀ ਇਨਵੈਸਟੀਗੇਸ਼ਨ ਜਾਰੀ ਹੈ ਕਿ ਉਹ AG ਆਫਿਸ ਤੋਂ ਰਾਏ ਲਿੱਤੀ ਗਈ ਸੀ ਕਿ ਨਹੀਂ ਲਿੱਤੀ ਗਈ ਸੀ। ਜੇ ਲਿੱਤੀ ਗਈ ਸੀ ਤੇ ਫਾਈਲ ਦੇ ਵਿੱਚ ਉਹਨਾਂ ਦੇ ਸਾਈਨ ਕਿਉਂ ਨਹੀਂ ਹੈ? ਮੰਤਰੀ ਕੋਲ ਇਹ ਫਾਈਲ ਕਿਉਂ ਪਹੁੰਚ ਗਈ ਜਦ ਲਕੂਨਾ ਸੀਗਾ? ਜਾਂ ਫਿਰ ਮੰਤਰੀ ਨੇ ਅੱਗੇ ਮੁੱਖ ਮੰਤਰੀ ਦੇ ਸਾਈਨ ਕਿਉਂ ਕਰਾ ਲਏ? ਕਿਉਂਕਿ ਜਦ ਇਹ ਮਾਮਲਾ ਉੱਠਿਆ ਅਗਲੇ ਦਿਨ ਹੀ ਉਹ ਫਾਈਲ ਪੂਰੀ ਸਾਈਨ ਸਮੇਤ ਬਾਹਰ ਆ ਗਈ ਸੀਗੀ, ਉਹ ਪੇਪਰ ਜਿਹਦੇ ਵਿੱਚ ਸਾਰਿਆਂ ਦੇ ਸਾਈਨ ਸੀਗੇ। ਯਾਨੀ ਇੱਕ ਅਜੀਬ ਜੀ ਸਥਿਤੀ ਬਣੀ ਹੋਈ ਹੈ, ਕਨਫਿਊਜ਼ਨ ਦੀ ਸਥਿਤੀ ਬਣੀ ਹੋਈ ਹੈ ਵੀ ਤੁਸੀਂ ਸਜ਼ਾ ਦਿੱਤੀ, ਫਾਈਲ ਬੰਦ ਕਰਤੀ, ਫਿਰ ਦੁਬਾਰਾ ਇਨਵੈਸਟੀਗੇਸ਼ਨ ਵੀ ਉਹਨਾਂ ਨੂੰ ਸਜ਼ਾ ਕਿਉਂ ਦਿੱਤੀ ਹੈ, ਇਹਨੂੰ ਕਿੱਦਾਂ ਜਸਟੀਫਾਈ ਕਰੀਏ? ਇਹ ਇੱਕ ਅਜੀਬ ਜੀ ਸਥਿਤੀ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਬਣੀ ਹੋਈ ਹੈ। ਦੂਜਾ ਮਾਮਲਾ ਪੰਚਾਇਤ ਵਿਭਾਗ ਤੋਂ ਹੀ ਸੰਬੰਧਿਤ ਹੈਗਾ। ਲੁਧਿਆਣਾ ਦੇ ਵਿੱਚ ਤੁਹਾਨੂੰ ਯਾਦ ਹੋਏਗਾ 986 ਏਕੜ ਜ਼ਮੀਨ 6 ਪਿੰਡਾਂ ਦੀ ਐਕਵਾਇਰ ਹੋਈ ਸੀਗੀ, ਔਰ ਉਹਦੇ ਵਿੱਚ 242 ਕਰੋੜ ਰੁਪਇਆ ਪਿੰਡਾਂ ਨੂੰ ਬਤੌਰ ਕੰਪਨਸੇਸ਼ਨ ਮਿਲਿਆ ਸੀਗਾ। ਔਰ ਇਹ ਵੀ ਗੱਲ ਸਾਫ਼ ਸੀਗੀ ਕਿ ਇਹ 242 ਕਰੋੜ ਤੋਂ ਵਿੱਚੋਂ ਪੰਚਾਇਤ ਕੁਝ ਵੀ ਕਢਾ ਨਹੀਂ ਸਕਦੀ ਸੀ ਅਨਲੈਸ ਐਂਡ ਅੰਟਿਲ ਉਹਨਾਂ ਨੂੰ ਕੋਈ ਜ਼ਮੀਨ ਵੱਖਰੀ ਦੁਬਾਰਾ ਉਹਦੇ ਵਾਸਤੇ ਖਰੀਦਣੀ ਹੋਏ। ਪਰ 100 ਕਰੋੜ ਦੇ ਕਰੀਬ ਕਢਾ ਲਏ ਗਏ ਸੀ। ਹੁਣ 6 ਪਿੰਡਾਂ ਦੇ BDPO ਉਹ ਹਜੇ ਤੱਕ ਰਿਕਾਰਡ ਦੇਣ ਨੂੰ ਤਿਆਰ ਨਹੀਂ ਹੈਗੇ ਪੰਚਾਇਤ ਵਿਭਾਗ ਨੂੰ, ਔਰ ਇਹਦੇ ਕਰਕੇ ਪੰਚਾਇਤ ਵਿਭਾਗ ਨੂੰ ਪੁਲਿਸ ਨੂੰ ਕਹਿਣਾ ਪੈ ਰਿਹਾ ਕਿ ਵੀ ਇਹਨਾਂ ਤੋਂ ਰਿਕਾਰਡ ਲਓ। ਹੁਣ ਹਾਲਾਤ ਇਦਾਂ ਦੇ ਹੋ ਜਾਣ ਕਿ ਜਦ ਤੁਹਾਡੇ ਹੀ ਅਫਸਰ ਤੁਹਾਨੂੰ ਹੀ ਯਾਨੀ ਸਰਕਾਰ ਜੀ ਨੂੰ ਹੀ ਰਿਕਾਰਡ ਦੇਣ ਤੋਂ ਮਨਾ ਕਰ ਦੇਣ ਤੇ ਉਹਦੇ ਵਾਸਤੇ ਪੁਲਿਸ ਦਾ ਸਹਾਰਾ ਲੈਣਾ ਪਏ, ਤੇ ਤੁਸੀਂ ਸਰਕਾਰ ਦੀ ਗਵਰਨੈਂਸ, ਗੁੱਡ ਗਵਰਨੈਂਸ ਦੇ ਉੱਤੇ ਕੀ ਹਿਸਾਬ ਕਿਤਾਬ ਲਾਉਂਦੇ ਹੋ, ਤੁਹਾਨੂੰ ਆਪ ਅੰਦਾਜ਼ਾ ਹੋ ਜਾਏਗਾ। ਇੰਦਰਪ੍ਰੀਤ ਜੀ, ਮੈਂ ਪਹਿਲੀ ਗੱਲ ਦੇ ਉੱਤੇ ਸਿਰਫ ਇੱਕ ਸਵਾਲ ਖੜਾ ਕਰਨਾ। ਉਹ ਸਵਾਲ ਇਹ ਹੈ ਕਿ ਜੇ ਮੰਨ ਲਓ ਇਹ ਜਾਂਚ ਅੱਗੇ ਵੱਧ ਜਾਂਦੀ ਹੈ ਪੰਚਾਇਤ ਵਿਭਾਗ ਦੇ ਵਿੱਚ ਪੰਚਾਇਤਾਂ ਭੰਗ ਕਰਨ ਨੂੰ ਲੈ ਕੇ ਤੇ ਜੋ ਕੁਝ ਵਾਪਰਿਆ ਉਹਨੂੰ ਲੈ ਕੇ, ਤੇ ਜੇ ਅਫਸਰਾਂ ਨੇ ਕਹਿਤਾ ਵੀ ਸਾਨੂੰ ਤਾਂ ਮੰਤਰੀ ਜੀ ਨੇ ਕਿਹਾ ਸੀਗਾ, ਤਾਂ ਫਿਰ ਮੰਤਰੀ ਸਾਹਿਬ ਨੂੰ ਤੁਸੀਂ ਕੀ ਕਰੋਗੇ? ਲਾ ਦਿਓਗੇ, ਬਰਖਾਸਤ ਕਰ ਦਿਓਗੇ, ਕੀ ਕਰੋਗੇ? ਉਹਨਾਂ ਦਾ ਪੋਰਟਫੋਲੀਓ ਵਾਪਸ ਲਓਗੇ ਜਾਂ ਉਹਨਾਂ ਨੂੰ ਮੰਤਰੀ ਮੰਡਲ ਚੋਂ ਕੱਢੋਗੇ? ਇਹ ਸਵਾਲ ਕਾਫੀ ਵੱਡਾ। ਤੁਸੀਂ ਇੱਕ ਜ਼ਰੂਰ ਗੱਲ ਇਹਦੇ ਚ ਕਹੋਗੇ ਕਿ ਮੰਤਰੀ ਨੇ ਆਦੇਸ਼ ਕੀਤੇ ਸੀ, ਆਦੇਸ਼ਾਂ ਨੂੰ ਕਾਨੂੰਨ ਦੇ ਅਨੁਸਾਰ ਇਹਨਾਂ ਨੇ ਲਾਗੂ ਕਰਾਉਣਾ ਸੀ, ਇਹ ਸਵਾਲ ਤਾਂ ਆਊਗਾ। ਪਰ ਸਵਾਲ ਤਾਂ ਫਿਰ ਵੀ ਹੈ ਕਿ 6 ਮਹੀਨੇ ਰਹਿੰਦਿਆਂ ਭੰਗ ਕਰਨ ਦੀ ਜਿਹਦੀ ਸੋਚ ਆ ਉਹ ਵੀ ਤਾਂ ਜ਼ਿੰਮੇਵਾਰ ਹੋਊਗਾ। ਕੀ ਕਹਿੰਦੇ ਰੰਧਾਵਾ ਸਾਹਿਬ? ਦੇਖੋ, ਇਹ ਜਿਹੜੇ ਕੀ ਨਾਮ ਹੈ, ਤਿੰਨੋਂ ਇਹ ਜਿਹੜਾ ਪੂਰਾ ਐਪੀਸੋਡ ਹੈ ਨਾ, ਇਹਦੇ 3 ਪਹਿਲੂ ਹੈ। ਪਹਿਲਾ ਪੋਲੀਟੀਕਲ ਪਹਿਲੂ ਹੀ ਇਹ ਹੈ ਕਿ ਕੀ ਜਿਹੜੀਆਂ ਇਲੈਕਸ਼ਨਾਂ ਦਾ ਮਤਲਬ ਅਨਾਉਂਸਮੈਂਟ ਕਰਨ ਲਈ ਇਹ ਪੰਚਾਇਤਾਂ ਨੂੰ ਭੰਗ ਕਰਨ ਵਾਸਤੇ ਕੀ
ਪੋਲੀਟੀਕਲ ਲੈਵਲ ਤੇ ਕੋਈ ਫੈਸਲਾ ਹੋਇਆ ਕਿ ਬਿਊਰੋਕ੍ਰੈਟਿਕ ਲੈਵਲ ਤੇ ਕੋਈ ਫੈਸਲਾ? ਮੈਂ ਪਹਿਲਾਂ ਵੀ ਇਹ ਕਹਿ ਚੁੱਕਿਆ ਵੀ ਜਦੋਂ ਵੀ ਕੋਈ ਇਲੈਕਸ਼ਨਸ ਕਰਾਣੇ ਹੁੰਦੇ ਨੇ ਉਹ ਫੈਸਲਾ ਹਮੇਸ਼ਾ ਹੀ ਪੋਲੀਟੀਕਲ ਲੈਵਲ ਤੇ ਹੁੰਦਾ ਹੈ। ਹੁਣ ਮੁੱਖ ਮੰਤਰੀ ਸਾਹਿਬ ਨੇ ਤਾਂ ਆਪਣਾ ਕਲੀਅਰ ਕਰਤਾ ਜਦੋਂ ਇਹਨਾਂ ਨੂੰ ਸਸਪੈਂਡ ਕੀਤਾ ਸੀ ਡੀਕੇ ਤਿਵਾਰੀ ਹੋਰਾਂ ਨੂੰ, ਉਦੋਂ ਹੀ ਉਹਨਾਂ ਨੇ ਆਫੀਸਰ ਜਿਹੜੇ ਇਸ ਗੱਲ ਤੇ ਅੜੇ ਹੋਏ ਸੀ ਵੀ ਆਪਾਂ ਨਾ ਕਰੀਏ ਜੀ, ਇਹ ਵੱਡਾ ਕਦਮ ਹੈ, ਉਦੋਂ ਹੀ ਉਹਨਾਂ ਨੇ ਕਹਿਤਾ ਸੀ ਵੀ ਮੈਂ ਤਾਂ ਬਿਲਕੁਲ ਕਦੇ ਕਿਹਾ ਹੀ ਨਹੀਂਗਾ ਕਿ ਜਿਹੜੀ ਪੰਚਾਇਤਾਂ ਨੇ ਇਹਨੂੰ ਭੰਗ ਕਰ ਦੋ। ਜਿੱਥੇ 18 ਮਹੀਨੇ ਲੰਘ ਗਏ ਸੀਗੇ ਉੱਥੇ 4 ਮਹੀਨੇ ਹੋਰ ਲੰਘ ਜਾਂਦੇ, ਮੈਨੂੰ ਕੀ ਫਰਕ ਪੈਣਾ ਸੀਗਾ, ਮੈਨੂੰ ਕਿਹੜਾ ਦੰਦੀਆਂ ਵੜਦੇ ਸੀ। ਆਹ ਸ਼ਬਦ ਵੀ ਯੂਜ਼ ਕੀਤਾ ਉਹਨਾਂ ਨੇ। ਸੋ ਇਹ ਜਿਹੜੇ ਇਹਦਾ ਮਤਲਬ ਹੈ ਕਿ ਜੇ ਪੋਲੀਟੀਕਲ ਫੈਸਲਾ ਮੰਤਰੀ ਲੈਵਲ ਤੇ ਨਹੀਂ ਹੋਇਆ ਤਾਂ ਕੀ ਇਹ ਮਿਨਿਸਟਰ ਸਾਹਿਬ ਨੇ ਕੀਤਾ ਹੈ? ਕਿਉਂਕਿ ਕਿਤੇ ਨਾ ਕਿਤੇ ਤਾਂ ਹੋਇਆ ਹੀ ਹੈ ਫੈਸਲਾ। ਦੂਜਾ ਹੈਗਾ ਬਿਊਰੋਕ੍ਰੈਟਿਕ ਫੈਸਲਾ। ਇਹਦੇ ਵਿੱਚ ਇੱਕ ਐਂਗਲ ਹੋਰ ਆ, ਉਹਨੂੰ ਵੀ ਐਡਰੈਸ ਕਰਦੇ ਚੱਲੋ। ਉਹ ਐਂਗਲ ਇਹ ਆ ਕਿ ਜੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਮੈਨੂੰ ਦੰਦੀਆਂ ਵੱਢਦੇ ਸੀਗੇ ਤਾਂ ਫਿਰ ਇਹ ਪੋਲੀਟੀਕਲੀ ਮਾਮਲਾ ਅੱਗੇ ਚਲੇ ਜਾਂਦਾ ਕਿ ਮੁੱਖ ਮੰਤਰੀ ਔਰ ਉਹਨਾਂ ਦੀ ਆਪਣੀ ਕੋਈ ਹੋਰ ਪਾਵਰ ਸੈਂਟਰ ਦੇ ਵਿੱਚ ਪਾਵਰ ਟਸਲ ਹੈ। ਕਿਸੇ ਹੋਰ ਨੇ ਕਿਹਾ, ਜੇ ਮੁੱਖ ਮੰਤਰੀ ਨੇ ਨਹੀਂ ਕਿਹਾ, ਨਵੇਂ ਬਣੇ ਮੰਤਰੀ, ਤੁਹਾਨੂੰ ਲੱਗਦਾ ਕਿ ਲਾਲਜੀਤ ਸਿੰਘ ਭੁੱਲਰ ਇੰਨੇ ਜੋਗੇ ਸੀਗੇ ਵੀ ਉਹ ਫੈਸਲਾ ਕਿਹੜੇ ਮੰਤਰੀ ਦੇ ਵਿੱਚ ਜ਼ਰੂਰਤ ਫੈਸਲਾ ਲੈ ਲੈਂਦਾ? ਫਿਰ ਫੈਸਲਾ ਕਿੱਥੋਂ ਆਇਆ? ਸਵਾਲ ਤਾਂ ਇਹ ਵੀ ਉੱਠੂਗਾ। ਠੀਕ ਹੈ ਜੀ ਜੀ, ਇੱਕ ਤਾਂ ਇਹੀ ਮੈਂ ਦੂਜਾ ਕਹਿ ਰਿਹਾ ਵੀ ਦੂਸਰਾ ਇਹ ਬਿਊਰੋਕ੍ਰੈਟਿਕ ਵੀ ਹੈ ਵੀ ਕੀ ਇਹ ਜੇ ਮੰਨ ਲਓ ਇਹ ਫੈਸਲਾ ਹੋ ਗਿਆ ਕਿ ਹਾਂ ਪੰਚਾਇਤਾਂ ਭੰਗ ਕਰ ਦੇਣੀਆਂ ਨੇ ਤਾਂ ਕੀ ਇਹ ਕੇਸ ਠੀਕ ਤਰ੍ਹਾਂ ਨਹੀਂ ਬਣਾਇਆ ਗਿਆ? ਇਹ ਸਾਰਾ ਕੰਮ ਤਾਂ ਬਿਊਰੋਕਰੇਟਸ ਨੇ ਕਰਨਾ ਕਿ ਕੀ ਆਪਾਂ ਦਲੀਲ ਦੇਣੀ ਹੈ ਜਦੋਂ ਮਤਲਬ ਭੰਗ ਕਰ ਰਹੇ ਆ, ਪਤਾ ਕੀ ਕਹਿਣਾ ਹੈ, ਕਿਸ ਲਈ ਭੰਗ ਕਰ ਰਹੇ ਆ। ਠੀਕ ਹੈ, ਕਾਨੂੰਨ ਦੇ ਵਿੱਚ ਇਹਦੀ ਪ੍ਰੋਵੀਜ਼ਨ ਹੈਗੀ ਹੈ ਕਿ ਤੁਸੀਂ ਭੰਗ ਕਰ ਸਕਦੇ ਹੋ 6 ਮਹੀਨੇ ਪਹਿਲਾਂ ਤੱਕ, ਪਰ ਨਾਲ ਦੀ ਨਾਲ ਇਹ ਵੀ ਲਿਖਿਆ ਹੋਇਆ ਕਿ ਉਹਦੇ ਲਈ ਕੋਈ ਜਨਹਿਤ ਹੋਣਾ ਚਾਹੀਦਾ ਤੇ ਇਹਦੇ ਚ ਤਾਂ ਉਹ ਕੋਈ ਫਾਈਲ ਦੇ ਉੱਤੇ ਤਾਂ ਕੋਈ ਲੈ ਕੇ ਨਹੀਂ ਆ ਗਿਆ ਵੀ ਕਿਉਂ ਕਰਨਾ ਹੈ। ਫਿਰ ਤੀਸਰਾ ਕਿ ਜਿਹੜੇ ਕਾਨੂੰਨੀ 29 ਦੇ ਤਹਿਤ ਤੁਸੀਂ 1 2 4 5 10 ਮਤਲਬ ਕੈਟੇਗੋਰਿਕ ਤੁਸੀਂ ਕਈ ਪੰਚਾਇਤਾਂ ਨੂੰ ਕੋਈ ਕਾਰਨ ਦੇ ਕੇ ਜਨਹਿਤ ਜਾਂ ਬਾਕੀ ਜੋ ਮਰਜ਼ੀ ਭੰਗ ਕਰ ਸਕਦੇ ਹੋ, ਸਮੁੱਚੇ ਤੌਰ ਤੇ ਨਹੀਂ। ਰੰਧਾਵਾ ਸਾਹਿਬ ਇਹ ਉਦੋਂ ਹੋਊਗਾ ਜਦੋਂ ਮਤਲਬ ਅਸੀਂ ਦਲੀਲ ਇਹ ਦੇ ਰਹੇ ਹਾਂ ਕਿ ਕੁਝ ਪੰਚਾਇਤਾਂ ਜਿਹੜਾ ਹੈ ਜਿਹੜਾ ਫੰਡ ਨੇ ਉਹ ਮਤਲਬ ਉਹਨਾਂ ਨੂੰ ਗਵਰਨ ਕਰ ਰਹੀਆਂ ਜਾਂ ਖਾ ਰਹੀਆਂ ਜੋ ਕੁਝ, ਕਿਉਂਕਿ ਇਹਨਾਂ ਨੇ ਕਿਹਾ ਸੀਗਾ ਵੀ ਸਾਡੇ ਕੋਲ 1400 ਦੇ ਕਰੀਬ ਵਿਜੀਲੈਂਸ ਦੀਆਂ ਸ਼ਿਕਾਇਤਾਂ ਹੈਗੀਆਂ 1400 ਪੰਚਾਇਤਾਂ ਦੇ ਖਿਲਾਫ। ਉਹ ਨਹੀਂ ਗੱਲ, ਪਰ ਮੰਨ ਲਓ ਕਿ ਇਹ ਵਾਲਾ ਇਹ ਤਾਂ ਉਦੋਂ ਆਊਗਾ ਪਹਿਲੂ ਜਦੋਂ ਤੁਸੀਂ ਦਲੀਲ ਇਹ ਦੇ ਰਹੇ ਹੋ। ਪਰ ਜੇ ਮੰਨ ਲਓ ਕੋਈ ਦਲੀਲ ਤੁਸੀਂ ਕੁਝ ਹੋਰ ਦੇ ਰਹੇ ਹੋ ਕਿ ਜੀ ਇਲੈਕਸ਼ਨ ਅਸੀਂ ਨਗਰ ਨਿਗਮਾਂ ਦੇ ਵੀ ਕਰਾਣੇ ਤੇ ਇਹਨਾਂ ਦੇ ਵੀ ਕਰਾਣੇ ਆ, ਇਹਦੇ ਵਿੱਚ 5-6 ਦਾ ਮਹੀਨੇ ਦਾ ਫਰਕ ਹੈ ਤਾਂ ਅਸੀਂ ਇਕੱਠੇ ਹੀ ਕਰਾਉਣਾ ਚਾਹੁੰਦੇ ਹਾਂ, ਤਾਂ ਜਿਵੇਂ ਅੱਜ ਕੱਲ੍ਹ ਲੋਕ ਸਭਾ ਦਾ ਤੇ ਵਿਧਾਨ ਸਭਾਵਾਂ ਦਾ ਇੱਕ ਕਰਨ ਦਾ ਚੱਲ ਰਿਹਾ, ਇਸ ਤਰ੍ਹਾਂ ਹੀ ਕੋਈ ਏਦਾਂ ਦਾ ਕੋਈ ਅਗਰ ਤੁਸੀਂ ਨੁਕਤਾ ਕੱਢਣਾ ਹੈ ਵੀ ਜੀ ਇਕੱਠੇ ਹੀ ਹੋ ਜਾਣਗੇ ਤਾਂ ਹੋ ਸਕਦਾ ਕਿ ਇਹਨਾਂ ਨੂੰ ਆਪਾਂ 6 ਮਹੀਨੇ ਪਹਿਲਾਂ ਵੀ ਕਰ ਲਈਏ ਭੰਗ, ਤਾਂ ਉਸ ਤਰ੍ਹਾਂ ਦਾ ਅਗਰ ਫੈਸਲਾ ਲੈਣਾ ਤਾਂ ਤੁਸੀਂ ਕਰ ਵੀ ਸਕਦੇ ਹੋ ਕੋਈ। ਪਰ ਇਹ ਮੈਂ ਉਹੀ ਕਹਿ ਰਿਹਾ ਵੀ ਇਹ ਕੇਸ ਬਣਾਉਣਾ ਪਊਗਾ, ਇਹ ਦਲੀਲਾਂ ਦੇਣੀਆਂ ਪੈਣਗੀਆਂ ਜਦੋਂ ਆਪਾਂ ਕਰਦੇ ਹਾਂ। ਔਰ ਪਹਿਲਾਂ ਹੁੰਦਾ ਰਿਹਾ 1-1 2-2 ਮਹੀਨੇ ਪਹਿਲਾਂ ਭੰਗ ਹੁੰਦੀਆਂ ਰਹੀਆਂ ਨੇ, ਪਰ ਉਦੋਂ ਇਸ ਤਰ੍ਹਾਂ ਦੇ ਕੇਸ ਬਣਾਏ ਜਾਂਦੇ ਰਹੇ ਆ। ਹੁਣ ਇਹਦੇ ਚ ਤੀਸਰਾ ਸਵਾਲ ਇਹ ਹੈਗਾ ਕਿ ਜਦੋਂ ਬਿਊਰੋਕਰੈਟਸ ਨੇ ਬਣਾ ਲਈ ਇਹ ਸਾਰੀ ਥਿਉਰੀ ਆਪਣੀ, ਤਾਂ ਕਿ ਜਿਹੜੀ ਕਾਨੂੰਨੀ ਮਾਹਿਰਾਂ ਦੀ ਟੀਮ ਹੈ, ਚਾਹੇ ਉਹ LR ਹੋਵੇ ਚਾਹੇ ਉਹ AG ਆਫਿਸ ਹੋਵੇ, ਕਿ ਉਹਨਾਂ ਨੇ ਆਪਣੀ ਰਾਏ ਨਹੀਂ ਦਿੱਤੀ ਪ੍ਰੋਪਰ। ਸੋ ਇਹ ਤਿੰਨ ਚੀਜ਼ਾਂ ਅਲੱਗ-ਅਲੱਗ ਨੇ। ਹਜੇ ਆਪਾਂ ਜੋ ਦੇਖ ਰਹੇ ਹਾਂ ਵੀ ਜਿਹੜੀ ਕਾਰਵਾਈ ਹੋਈ ਹੈ ਉਹ ਸਿਰਫ ਔਰ ਸਿਰਫ ਬਿਊਰੋਕਰੈਟਸ ਤੇ ਹੋਈ ਹੈ। ਅਜੇ ਕੀ ਪੋਲੀਟੀਕਲ ਬੰਦਿਆਂ ਨੂੰ ਛੋੜਤਾ ਗਿਆ? ਕੀ ਕਾਨੂੰਨੀ ਮਾਹਿਰਾਂ ਦੀ ਟੀਮ ਹੈ ਜਿਹੜੀ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਗਿਆ? ਉਹ ਇਹਨਾਂ ਨੇ ਕਿਉਂ ਨਹੀਂ ਆਪਣੀ ਰਾਏ ਦਿੱਤੀ ਇਹਦੇ ਉੱਤੇ ਵੀ ਹਾਂ ਤੁਸੀਂ ਇਹ ਨਹੀਂ ਕਰ ਸਕਦੇ? ਸੋ ਇਹ ਸਾਰੇ ਜਦੋਂ ਇਨਕੁਆਇਰੀ ਹੋਊਗੀ ਤਾਂ ਫਿਰ ਇਹ ਸਾਰੀ ਚੀਜ਼ ਆਊਗੀ। ਮੈਂ ਜਿਵੇਂ ਤੁਹਾਨੂੰ ਕਿਹਾ ਸੀਗਾ ਵੀ ਜਦੋਂ ਕਿਸੇ IAS ਦੇ ਖਿਲਾਫ ਕੋਈ ਕਾਰਵਾਈ ਕਰਨੀ ਹੁੰਦੀ ਹੈ ਉਦੋਂ ਗਵਰਨਮੈਂਟ ਆਫ ਇੰਡੀਆ ਨੂੰ ਕੇਸ ਬਣਾ ਕੇ ਭੇਜਦੇ ਆ। ਜਦੋਂ ਕੇਸ ਉਹਨਾਂ ਕੋਲੇ ਜਾਊਗਾ ਤਾਂ ਉਹ ਇਸ ਤਰ੍ਹਾਂ ਦੇ ਸਵਾਲ ਉਠਾ ਸਕਦੇ ਆ ਕਿ ਜੀ ਫਿਰ ਤੁਸੀਂ ਜਿਹੜੇ ਪੋਲੀਟੀਕਲ ਲੈਵਲ ਤੇ ਕੋਈ ਫੈਸਲਾ ਹੋਇਆ ਹੈ ਉਹਦਾ ਕੀ ਕੀਤਾ? ਕਿਉਂਕਿ ਬਿਊਰੋਕਰੈਟ ਤਾਂ ਉੱਥੇ ਕਹੂਗਾ ਨਾ ਜੀ ਮੈਂ ਕਿਹਦੇ ਕਹੇ ਤੇ ਕੀਤਾ ਫੈਸਲਾ, ਤਾਂ ਉੱਥੇ ਆਊਗੀ ਇਹ ਚੀਜ਼। ਤਾਂ ਇਹ ਸਵਾਲ ਗਵਰਨਮੈਂਟ ਆਫ ਇੰਡੀਆ ਦੇ ਜਿਹੜਾ DOPT ਡਿਪਾਰਟਮੈਂਟ ਹੈ ਉਹ ਪੁੱਛੇਗਾ ਵੀ ਇਹ ਕਿਉਂ ਕੀਤਾ। ਫਿਰ LR ਦੀ ਜਿਹੜੀ ਪਰਮਿਸ਼ਨ ਲੈਣੀ ਹੁੰਦੀ ਹੈ, ਕਿਉਂਕਿ ਇੱਕ ਉਹਦੇ ਵਿੱਚ ਮਿੰਟਸ 'ਚ ਹੈਗਾ ਹੈ, ਉਹਦੇ ਵਿੱਚ DK ਤਿਵਾਰੀ ਨੇ ਲਿਖਿਆ ਹੋਇਆ ਹੈ ਵੀ AG ਡਿਪਾਰਟਮੈਂਟ ਦੀ ਜਾਂ LR ਦੀ ਇਸ ਤੋਂ ਓਪੀਨੀਅਨ ਲੈ ਲਈ ਜਾਏ। ਉਹਦੇ ਲਈ ਮੀਟਿੰਗ ਵੀ ਹੋਈ, ਪਰ ਉਹ ਮੀਟਿੰਗ ਦੇ ਜਿਹੜੇ ਮਿੰਟਸ ਨੇ ਉਹ ਇਹਦੇ ਵਿੱਚ ਨਹੀਂ ਪਾਏ। ਸੋ ਬਹੁਤ ਸਾਰੀਆਂ ਚੀਜ਼ਾਂ ਆਣਗੀਆਂ, ਬਹੁਤ ਸਾਰੇ ਸਵਾਲ ਆਣਗੇ ਜਿਹਦੇ ਜਵਾਬ ਦੇਣੇ ਪੈਣੇ ਆ। ਸੋ ਅਜੇ ਤੱਕ ਜਿਹੜੀ ਮੈਨੂੰ ਇਹ ਲੱਗ ਰਿਹਾ ਵੀ ਕਾਰਵਾਈ ਸਿਰਫ ਇੱਕ ਤਰਫਾ ਹੈ। ਜਦੋਂ ਇਹ ਕੇਸ ਅੱਗੇ ਵਧੂਗਾ, ਜਦੋਂ ਪੂਰੀ ਤਰ੍ਹਾਂ ਖੁੱਲੂਗਾ, ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਇਹਦੇ ਚ ਦੋ ਸਵਾਲ ਤਾਂ ਤੁਸੀਂ ਸਾਹਮਣੇ ਰੱਖਤੇ। ਇੱਕ ਤਾਂ ਇਹ
ਕਿ ਕੀ ਸਾਰੀ ਦੀ ਸਾਰੀ ਨੋਟਿੰਗ ਨਾ ਕਰਨ ਵਾਲੇ ਅਫਸਰ ਜ਼ਿੰਮੇਵਾਰ ਨਹੀਂ? ਜੋ ਕੁਝ ਵੀ ਕਾਰਵਾਈ ਹੋਈ ਕਿਸੇ ਮੀਟਿੰਗ ਦੇ ਵਿੱਚ ਕਿਸੇ ਮੰਤਰੀ ਨਾਲ ਜਾਂ ਕਿਸੇ ਸਮੁੱਚੇ ਰੂਪ 'ਚ ਜਿਹੜੀ ਮੀਟਿੰਗ ਬਾਅਦ ਦੇ ਵਿੱਚ ਕਾਲ ਕੀਤੀ ਗਈ, ਕੀ ਉਹਦੀ ਜ਼ਿੰਮੇਵਾਰੀ ਨਹੀਂ ਹੈ ਅਫਸਰਾਂ ਦੀ ਕਿ ਉਹਦੇ ਵਿੱਚ ਹਰ ਬੰਦੇ ਦਾ ਪੱਖ ਲਿਖਿਆ ਜਾਂਦਾ ਜਿਹੜਾ ਕਿ ਵਿਅਕਤੀ ਵਿਸ਼ੇਸ਼ ਸੀ, ਜਿਵੇਂ ਮੰਤਰੀ ਜਾਂ ਕੋਈ ਲੀਗਲ ਐਡਵਾਈਜ਼ਰ? ਤੀਜਾ ਸਵਾਲ, ਕੀ ਇਹਦੇ ਵਿੱਚ ਇਹ ਜਿਹੜੇ ਬਿਊਰੋਕਰੇਟ ਆ, ਇਹ ਦੋਨੇ ਅਫਸਰ ਤਵਾੜੀ ਤੇ ਖਹਿਰਾ, ਕੀ ਇਹ ਕਿਸੇ ਜਾਂਚ ਅੱਗੇ ਇਹ ਕਹਿਣਗੇ ਕਿ ਅਸੀਂ ਰੋਕਿਆ ਸੀ ਕਿ 2002 ਦੇ ਵਿੱਚ ਇਸ ਤਰ੍ਹਾਂ ਦਾ ਮਾਮਲਾ ਕੋਰਟ 'ਚ ਫਸ ਗਿਆ ਸੀ? ਕੀ ਉਹ ਇਸ ਗੱਲ ਦੀ ਜ਼ਿੰਮੇਵਾਰੀ ਮੰਤਰੀ ਸਿਰ ਪਾਉਣਗੇ? ਇਹ ਸਵਾਲ ਵੀ ਹੈ ਵਾ, ਕਿਉਂਕਿ ਉਹਨਾਂ ਦੇ ਕੈਰੀਅਰ ਤੇ ਤਾਂ ਦਾਗ ਲੱਗ ਗਿਆ। ਹੁਣ ਉਹ ਦੱਸਣਾ ਚਾਹਣਗੇ ਕਿ ਉਹਨਾਂ ਨੇ ਉਹਨਾਂ ਮੀਟਿੰਗਾਂ ਦੇ ਵਿੱਚ ਐਸੀ ਕਾਰਵਾਈ ਕਰਨ ਤੋਂ ਵਰਜਿਆ ਸੀ, ਜਾਂ ਫਿਰ ਇਹਦੇ ਠੋਸ ਆਧਾਰ ਬਣਾਉਣ ਲਈ ਕਿਹਾ ਗਿਆ ਸੀ। ਠੋਸ ਆਧਾਰ ਕਿੰਨੇ ਬਣਾਉਣੇ ਸੀ? ਪੋਲੀਟੀਸ਼ੀਅਨ ਨੇ, ਬਿਊਰੋਕ੍ਰੇਸੀ ਨੇ। ਕਿੰਨੇ ਬਣਾਉਣੇ ਸੀ, ਕਿੰਨੇ ਨਹੀਂ ਬਣਾਏ? ਕਿੰਨੇ ਰਾਏ ਜਿਹੜੀ ਲੀਗਲ ਤੌਰ ਤੇ ਲਿਖਤ ਵਿੱਚ ਕਿਉਂ ਨਹੀਂ ਲਈ? ਕਿਉਂ ਨਹੀਂ ਏਜੀ ਦਫ਼ਤਰ ਤੋਂ ਤੁਸੀਂ ਲਿਖਤ ਵਿੱਚ ਪਾਏ? ਇਹ ਸਾਰੇ ਸਵਾਲ ਜਦੋਂ ਉੱਠਣਗੇ ਤਾਂ ਕੀ ਅਫਸਰ ਕਹਿ ਦੇਣਗੇ ਜੀ ਇਹ ਤਾਂ ਕਾਹਲੀ 'ਚ ਹੋਇਆ ਸੀ ਜੀ, ਅਸੀਂ ਤਾਂ ਕਿਹਾ ਸੀ ਜੀ? ਤੇ ਅਗਲੇ ਕਹਿਣਗੇ ਫਿਰ ਜੇ ਕਿਹਾ ਸੀ ਤੇ ਤੁਸੀਂ ਉਹਨਾਂ ਨੂੰ ਲਿਖ ਕੇ ਉੱਥੇ ਨੋਟ ਕਰ ਦਿੰਦੇ, ਤੁਸੀਂ ਰਜਿਸਟਰ 'ਚ ਲਿਖਾਉਂਦੇ ਕਿ ਮੈਂ ਅਪੋਜ਼ ਕੀਤਾ ਸੀ, ਮੇਰੀ ਰਾਏ ਵੱਖਰੀ ਸੀ। ਜਾਂ ਉਸ ਤੋਂ ਬਾਅਦ ਜਦੋਂ ਇਹ ਤੁਹਾਡੇ ਕੋਲ ਫਾਈਲ ਆਈ ਕਢਾਉਣ ਲਈ, ਥੋੜੀ ਜਿਹੀ ਉਦੋਂ ਜ਼ਰੂਰਤ ਦਿਖਾਉਂਦੇ ਜੀ ਇੱਕ ਵਾਰੀ ਮੀਟਿੰਗ ਦੇ ਵਿੱਚ ਜੋ ਗੱਲਾਂ ਹੋਈਆਂ ਸੀ ਉਹਨਾਂ ਨੂੰ ਇੰਪਲੀਮੈਂਟ ਕਰ ਲਓ, ਤਰਲਾ ਹੀ ਮਾਰ ਕੇ ਕਹਿ ਲੈਂਦੇ ਚਲੋ ਖੈਰ ਭਾਸਕਰ ਸਾਹਿਬ ਅੱਗੇ ਚੱਲੀਏ। ਮਾਮਲੇ ਹੋਰ ਵੀ ਨੇ, ਇਹ ਥੋੜੀ ਗੱਲ ਆ ਵੀ ਪੰਚਾਇਤਾਂ ਤੇ ਬੈਠੇ ਰਹਿਣਾ, ਇਲੈਕਸ਼ਨ ਤਾਂ ਹੋ ਹੀ ਜਾਣੀ ਆ, ਚੰਦ ਦਿਨਾਂ ਨੂੰ ਹੋ ਜਾਓ। ਪਿੰਡਾਂ 'ਚ ਤਾਂ ਲੋਕ ਇਲੈਕਸ਼ਨਾਂ ਲੜਨ ਲੱਗ ਪਏ। ਤੁਸੀਂ ਚਲੋ ਹੁਣ ਜਿਹੜੀ ਉੱਪਰ ਇਲੈਕਸ਼ਨ ਹੋਣੀ ਆ, ਭਾਸਕਰ ਸਾਹਿਬ ਮੈਨੂੰ ਦੱਸਿਓ ਜਰਾ 13 ਤਰੀਕ ਨੂੰ ਤਾਲਮੇਲ ਕਮੇਟੀ ਬੈਠਣ ਲੱਗੀ। ਰਾਘਵ ਚੱਡਾ ਨੇ ਨਾ ਆਮ ਆਦਮੀ ਪਾਰਟੀ ਵੱਲੋਂ, ਉਧਰੋਂ ਕੇਸੀ ਵੇਣੂਗੋਪਾਲ ਨੇ ਇਹ ਗਹਿਗਾਚ ਹੋਊਗੀ। ਸੰਜੇ ਸਿੰਘ ਕਹਿੰਦੇ ਆਪਾਂ ਤਾਂ ਗੱਠਜੋੜ ਤਾਂ ਬਣਿਆ ਪਿਆ, ਸੀਟਾਂ ਦਾ ਤਾਂ ਕੋਈ ਮਾਮਲਾ ਹੀ ਨਹੀਂ। ਕਾਂਗਰਸ ਨੂੰ ਕਿੰਨੀਆਂ ਦੇ ਰਹੇ ਜੇ ਫਿਰ ਦੱਸਿਓ ਜਰਾ। 13 ਤਰੀਕ ਨੂੰ ਦਿੱਲੀ ਦੇ ਵਿੱਚ ਤਾਲਮੇਲ ਕਮੇਟੀ ਯਾਨੀ ਕੋਆਰਡੀਨੇਸ਼ਨ ਕਮੇਟੀ ਵੀ ਇਹਨੂੰ ਕਹਿੰਦੇ ਨੇ, ਔਰ ਇਸ ਮੀਟਿੰਗ ਦੇ ਵਿੱਚ ਜਿਹੜੀ 14 ਮੈਂਬਰੀ ਕਮੇਟੀ ਬਣੀ ਹੈ ਜਿਹਦੇ ਵਿੱਚ ਰਾਘਵ ਚੱਡਾ ਵੀ ਹੈਗੇ ਨੇ ਆਮ ਆਦਮੀ ਪਾਰਟੀ ਦੇ, ਬਾਕੀ ਹੋਰ ਵੀ ਕੇਸੀ ਵੇਣੂਗੋਪਾਲ ਤੋਂ ਲੈ ਕੇ ਵੱਡੇ ਵੱਡੇ ਲੀਡਰਾਂ ਈਵਨ ਸ਼ਰਦ ਪਵਾਰ ਤੱਕ ਇਸ ਮੀਟਿੰਗ ਇਸ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਹੈਗੇ ਨੇ। ਇਹਦੇ ਵਿੱਚ ਮੇਨ ਮੁੱਦਾ ਕੀ ਹੈ? ਸੀਟ ਸ਼ੇਅਰਿੰਗ ਨੂੰ ਲੈ ਕੇ ਗੱਲਬਾਤ ਹੋਣੀ ਹੈ। ਦੂਜਾ, ਅੱਗੇ ਚੱਲ ਕੇ ਕੈਂਪੇਨ ਦੇ ਵਾਸਤੇ ਕੀ ਕਾਮਨ ਸਟ੍ਰੈਟਜੀ ਬਣਾਣੀ ਹੈ, ਕਾਮਨ ਮਿਨੀਮਮ ਪ੍ਰੋਗਰਾਮ ਬਣਾਉਣਾ ਹੈ, ਉਹਦੇ ਉੱਤੇ ਇੱਕ ਤਰੀਕੇ ਨਾਲ ਮੁੱਢਲੇ ਤਰੀਕੇ ਨਾਲ ਗੱਲਬਾਤ ਸ਼ੁਰੂ ਹੋਣੀ ਹੈ। ਹੁਣ ਇਸ ਮੀਟਿੰਗ ਤੋਂ ਪਹਿਲੇ ਸੰਜੇ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ, ਉਹਨਾਂ ਦਾ ਬਿਆਨ ਆਇਆ ਕਿ ਸਾਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ, ਜਿਸ ਤਰੀਕੇ ਦੀ ਵੀ ਸੀਟ ਸ਼ੇਅਰਿੰਗ ਹੋਏਗੀ ਅਸੀਂ ਹਰ ਤਰੀਕੇ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਆ। ਹਾਲਾਂਕਿ ਇਹ ਬਿਆਨ ਤਦ ਆਇਆ ਜਦ ਪੰਜਾਬ ਦੇ ਵਿੱਚ ਹਰ ਦੂਜੇ ਤੀਜੇ ਦਿਨ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਦੇ ਬਿਆਨ ਬਦਲਦੇ ਨੇ ਇਸ ਅਲਾਈਅੰਸ ਨੂੰ ਲੈ ਕੇ, ਸੀਟ ਸ਼ੇਅਰਿੰਗ ਨੂੰ ਲੈ ਕੇ। ਇੱਕ ਵਾਰ ਹਰਪਾਲ ਸਿੰਘ ਚੀਮਾ ਕਹਿੰਦੇ ਨੇ ਸਾਡਾ ਤੇ ਗੱਠਜੋੜ ਹੋਏਗਾ ਹੀ ਹੋਏਗਾ। ਅਨਮੋਲ ਗਗਨ ਮਾਨ ਕਹਿੰਦੀ ਹੈ ਨਹੀਂ, ਮਤਲਬ ਨਹੀਂ। ਮੁੱਖ ਮੰਤਰੀ ਕਦੀ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ 13 ਦੀ 13 ਸੀਟਾਂ ਤੇ ਲੜਾਂਗੇ, ਔਰ ਕਦੀ ਇਹ ਵੀ ਕਹਿੰਦੇ ਨੇ ਕਿ ਵੱਡੇ ਟੀਚੇ ਵਾਸਤੇ, ਵੱਡੇ ਟਾਰਗੇਟ ਵਾਸਤੇ ਛੋਟੇ ਟਾਰਗੇਟ ਨੂੰ ਛੱਡਣਾ ਵੀ ਪੈਂਦਾ ਹੈ। ਕਾਂਗਰਸ ਦੇ ਵਿੱਚ ਵੀ ਘਮਾਸਾਨ ਮਚਿਆ ਹੋਇਆ, ਪਰ ਚਲੋ ਇਸ ਮੀਟਿੰਗ ਦੇ ਵਿੱਚ ਕੋਈ ਸ਼ਾਂਤੀ ਨਾਲ ਗੱਲ ਅੱਗੇ ਤੁਰੇਗੀ ਇਹ ਦੇਖਣ ਵਾਲੀ ਗੱਲ ਹੈ। ਪਰ ਮੀਟਿੰਗ ਹੋ ਜਾਣ ਦੋ, ਉਸ ਤੋਂ ਬਾਅਦ ਇਸ ਮੀਟਿੰਗ ਦੇ ਬਾਰੇ ਗੱਲ ਕਰਨ ਦਾ ਮਜ਼ਾ ਕੋਈ ਵੱਖਰਾ ਹੀ ਹੋਏਗਾ। ਭਾਸਕਰ ਸਾਹਿਬ, ਪੰਜਾਬ ਦੇ ਕਾਂਗਰਸੀ 7 MP ਰੋਜ਼ ਸਵੇਰੇ ਬਹਿ ਜਾਂਦੇ ਆ 10 ਮਿੰਟ ਅਰਦਾਸ ਕਰਨ ਵੀ ਜਾ ਰੱਬਾ ਹੋਰ ਕਿਸੇ ਦਾ ਕੱਖ ਰਵੇ ਨਾ ਰਵੇ, ਆ ਸਾਡਾ ਗੱਠਜੋੜ ਹੋ ਕੇ ਸਾਡੀਆਂ 7 ਪੱਕੀਆਂ ਹੋ ਜਾਣ। ਚਲੋ 7 ਚੋਂ ਇੱਕ ਅੱਧੇ ਦੀ ਬਲੀ ਦੇਣੀ ਵੀ ਪਈ, 6 ਤਾਂ ਸਾਨੂੰ ਦੇ ਹੀ ਦੇਣ। ਸੋ ਇਦਾਂ ਕਰਕੇ ਰੋਜ਼ ਅਰਦਾਸਾਂ ਕਰਨ ਵਾਲੀ ਵੀ ਬਥੇਰੇ। ਇੰਦਰਪ੍ਰੀਤ ਜੀ, ਤੁਸੀਂ ਇਸ ਗੱਠਜੋੜ ਨੂੰ ਲੈ ਕੇ ਜਿਹੜੀਆਂ ਮੀਟਿੰਗਾਂ ਇਹਦੇ ਵਿੱਚ ਕੁਝ ਨਵਾਂ ਵੀ ਦੇਖਦੇ ਹੋ? ਇਹਦੇ 'ਚ ਲੜਾਈ ਝਗੜਾ ਹੋਊਗਾ? ਮੈਨੂੰ ਲੱਗਦਾ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਨੂੰ 4 ਦੇਣਾ ਚਾਹ ਰਹੇ, ਅਜੇ ਤੱਕ ਗੱਲ ਫਸੀ ਜੀ ਹੋਈ ਹੈ। ਕੀ ਕਹਿੰਦੇ ਹੋ ਜੀ? ਇੰਨੀ ਕੀ ਦੇਣਾ ਚਾਹ ਰਹੇ ਆ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਸ ਤੋਂ ਵੀ ਸ਼ਾਇਦ ਘੱਟ ਹੀ ਦੇਣਾ ਚਾਹੁੰਦੇ ਆ। ਉਹ ਫਾਰਮੂਲਾ ਜਿਹੜਾ ਹੈਗਾ ਜਿਹੜਾ MLAs ਦਾ ਲਗਾ ਰਹੇ ਆ, MLAs ਤੁਹਾਡੇ ਕਿੰਨੇ ਤੇ ਸਾਡੇ ਕਿੰਨੇ। ਸੋ ਇਹ ਇੱਕ ਉਹਨਾਂ ਦਾ ਆਪਣਾ ਫਾਰਮੂਲਾ। ਦੇਖੋ ਹੁਣ ਕਿਸ ਫਾਰਮੂਲੇ ਨੂੰ ਲੈ ਕੇ ਮੀਟਿੰਗ ਹੋਏਗੀ, ਇਹ ਤਾਂ ਜਿਹੜੀ ਆ ਤਾਲਮੇਲ ਕਮੇਟੀ ਦੀ ਮੀਟਿੰਗ ਹੈ ਪਹਿਲਾਂ ਹੀ 13 ਤਰੀਕ ਨੂੰ, ਉਸ ਤੋਂ ਪਤਾ ਲੱਗ ਜਾਏਗਾ। ਪਰ ਇਹ ਹੋਏਗਾ ਦੋਨਾਂ ਲਈ ਮੁਸ਼ਕਿਲ। ਮਤਲਬ ਕੋਈ ਵੀ ਬੰਦਾ ਆਪਣੇ ਕੇਕ ਦਾ ਹਿੱਸਾ ਛੱਡਣਾ ਨਹੀਂ ਚਾਹੇਗਾ, ਜੋ ਇਹ ਮੈਨੂੰ ਲੱਗ ਰਿਹਾ ਹੈ। ਤੇ ਦੂਜੀ ਗੱਲਾਂ, ਇਹ ਕੱਲਾ ਘਮਾਸਾਨ ਜਿਹੜਾ ਇੱਥੇ ਹੀ ਥੋੜਾ ਹੈਗਾ, ਇਹ ਆਮ ਆਦਮੀ ਪਾਰਟੀ 'ਚ ਵੀ ਤਾਂ ਹੈਗਾ। ਆਮ ਆਦਮੀ ਪਾਰਟੀ ਕੋਲੇ ਵੀ ਤਾਂ ਕੈਂਡੀਡੇਟਸ ਉਹਨੇ ਨਹੀਂ ਹੈਗੇ ਨਾ, ਜਿੰਨੇ ਉਹਨਾਂ ਨੂੰ, ਜੇ ਉਹ ਸੀਟਾਂ ਵੱਧ ਮੰਗ ਰਹੇ ਨੇ ਤਾਂ ਕੈਂਡੀਡੇਟ ਕਿੱਥੇ ਆ ਉਹਨਾਂ ਕੋਲੇ? ਕੈਂਡੀਡੇਟ ਤਾਂ ਪਿਛਲਾ ਉਹਨਾਂ ਨੇ ਜਿਹੜਾ ਹੈਗਾ ਜਲੰਧਰ ਵਾਲਾ, ਉਹ ਕਾਂਗਰਸ ਤੋਂ ਲੈ ਕੇ ਜਿਤਾਇਆ ਹੈਗਾ। ਸੋ ਇਹ ਚੀਜ਼ਾਂ ਵੀ ਸਾਰੀਆਂ ਕਾਊਂਟ ਹੋਣਗੀਆਂ। ਇਸ ਤਰ੍ਹਾਂ ਵੀ ਬਣ ਸਕਦਾ ਹੈ ਵੀ ਕਾਂਗਰਸ ਦੇ ਬੰਦੇ ਜਿਹੜੇ ਹੈ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਲੈਣ, ਮਤਲਬ ਸਿੰਬਲ ਉਹਨਾਂ ਦਾ ਹੋਵੇ। ਤਾਂ ਇਸ ਤਰ੍ਹਾਂ ਦੇ ਹਜੇ ਕੀ ਫਾਰਮੂਲੇ ਤੈਅ ਹੁੰਦੇ ਨੇ, ਇਹ ਸਾਰਾ ਹਜੇ ਆਉਣ ਵਾਲੇ ਟਾਈਮ 'ਚ ਹੀ ਪਤਾ ਚੱਲੂਗਾ। ਪਰ ਫਿਰ ਉਹ ਕਿੱਥੇ, ਕਾਂਗਰਸੀ ਕਿੱਥੇ ਰਹਿ ਗਏ? ਜਿਹੜਾ ਟਿਕਟ ਹੀ ਉਹਨਾਂ ਦੀ ਤੇ ਇਲੈਕਸ਼ਨ ਲੜ ਗਿਆ ਉਹ ਸੱਤਾ ਨਾਲ ਚਿੰਬੜੂਗਾ।
ਜਿਹਨੂੰ ਇਹਨਾਂ ਦੇ ਮੰਤਰੀਆਂ ਨੇ ਕਦੇ ਪਿੰਡਾਂ 'ਚ ਨਹੀਂ ਵੰਡ ਦਿੱਤਾ। ਤੁਹਾਨੂੰ ਪਤਾ ਨਾ ਕਿੱਦਾਂ ਕਿਲੇਬੰਦੀਆਂ ਹੋਈਆਂ ਸੀ। ਜਿਹੜਾ ਵਿਧਾਨ ਸਭਾ ਹਲਕਾ ਹੁੰਦਾ ਉਹਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਜ਼ਰੂਰਤ ਨਹੀਂ ਸੀ ਹੁੰਦੀ ਕਾਂਗਰਸ ਦੇ ਦੀ ਵੀ ਉਹਨੂੰ ਪੁੱਛੇ ਬਿਨਾਂ ਕਿਸੇ ਦੇ ਭੋਗ ਤੇ ਵੀ ਚੱਲ ਜੇ, ਕਿਸੇ ਦੇ ਸ਼ਗਨ ਤੇ ਕੋਈ ਰੁਪਈਆ 100 ਦੇਣ ਲਈ ਚੱਲ ਜੇ ਵੀ ਲਓ, ਅਗਲਿਆਂ ਦਾ ਟੌਰ ਬਣ ਜਾਂਦਾ। ਮੈਂਬਰ ਪਾਰਲੀਮੈਂਟ ਆਇਆ, ਮੰਨ ਲਓ ਤੁਸੀਂ ਕਿਸੇ ਹਲਕੇ ਨੂੰ ਫੜ ਲਓ ਆਪਣੇ ਆਲੇ ਦੁਆਲੇ 'ਚ, ਉਹਦਾ ਐਮਪੀ ਕੌਣ ਆ? ਬਹੁਤੇ ਪਿੰਡਾਂ ਵਾਲੇ ਇਹਦੇ ਤੇ ਕੋਈ ਦਖਲ ਨਹੀਂ, ਉਹਨਾਂ ਲਈ ਤਾਂ ਐਮਐਲਏ ਸਭ ਕੁਝ ਹੁੰਦਾ, ਹਰਿਆ ਐਮਐਲਏ ਹਲਕਾ ਇੰਚਾਰਜ ਹੀ। ਸੋ ਮੈਨੂੰ ਲੱਗਦਾ ਵੀ ਕਾਂਗਰਸੀ ਇਸ ਗੱਲ 'ਚ ਵੀ ਵਜਿੱਦ ਹੋਣਗੇ ਵੀ ਜੇ ਆਮ ਆਦਮੀ ਪਾਰਟੀ ਤੇ ਇਹਨਾਂ 'ਚ ਗੱਠਜੋੜ 'ਚੋਂ ਸਾਨੂੰ ਇੱਜ਼ਤ ਮਾਣ ਨਾਲ ਉਧਰ ਜਾਣ ਦਾ ਮੌਕਾ ਮਿਲ ਜੇ ਤੇ ਸ਼ਾਇਦ ਪੰਜਾਬ ਦੀ ਰਾਜਨੀਤੀ ਅੱਗੇ 5-7 ਸਾਲ ਲਈ ਖਰੇਦਾਂ ਹੀ ਚੱਲ ਜੇ। ਅੱਜ ਕੱਲ ਉਮਰ ਦੇ ਕਿੰਨੇ ਕੁ ਸਾਲ ਕਿਸੇ ਕੋ ਹੁੰਦੇ? ਭਾਸਕਰ ਸਾਹਿਬ ਕੱਲ ਸੁਖਬੀਰ ਜੀ ਨੇ ਵੀ ਕਾਫੀ ਬੰਦੇ ਜਿਹੜੇ ਆ ਉਹ ਇੰਚਾਰਜਾਂ ਵਜੋਂ ਲਾਏ ਆ। ਦੇਖੋ ਕੈਂਡੀਡੇਟ ਲਾਉਂਦੇ ਤਾਂ ਉਹਨਾਂ ਨੂੰ ਜਾਣਾ ਪੈਣਾ ਸੀ ਵੀ ਇਹਨਾਂ ਕੋਈ ਪਾਰਲੀਮੈਂਟਰੀ ਬੋਰਡ ਨਹੀਂ ਬਣਾਇਆ, ਆਪੇ ਅਨਾਉਂਸ ਕਰਤੀਆਂ, ਜਾਂ ਉਹਨਾਂ ਨੂੰ ਇਹ ਕੋਰ ਕਮੇਟੀ ਜਾਂ ਵਰਕਿੰਗ ਕਮੇਟੀ ਹੈ ਨਾ, ਉਹ ਸਾਰੀਆਂ ਗੱਲਾਂ ਦਾ ਲੋਕਾਂ ਤੋਂ ਵਿਰੋਧ ਝੱਲਣਾ ਪੈਣਾ ਸੀ ਕਿ ਸੁਖਬੀਰ ਜੀ ਆਪੇ ਹੀ ਕਰੀ ਜਾਂਦੇ। ਸੋ ਉਹਨਾਂ ਨੇ ਇੰਚਾਰਜ ਲਾ ਕੇ ਅਸਿੱਧੇ ਤੌਰ ਤੇ ਬੰਦਿਆਂ ਦੇ ਚਿਹਰੇ ਵਿਖਾਤੇ ਵੀ ਆ ਲੜਨਗੇ, ਇੱਕ ਦੋਵਾਂ ਨੂੰ ਤਿੰਨਾਂ ਨੂੰ ਛੱਡ ਕੇ, ਜਿੱਥੇ ਰਿਜ਼ਰਵ ਨੇ ਕੁਝ ਬੰਦੇ ਹੋਰ ਲਾਤੇ। ਮੈਨੂੰ ਥੋੜਾ ਜਿਹਾ ਸਮਝਾਇਓ ਜ਼ਰਾ। ਇੱਕ ਜਾਖੜ ਸਾਹਿਬ ਕਹਿੰਦੇ ਆ ਵੀ ਮੈਨੂੰ ਮੇਰੀ ਹਾਈ ਕਮਾਂਡ ਨੇ ਕੋਈ ਖਾਸ ਗੱਲਬਾਤ ਨਹੀਂ ਕੀਤੀ ਅਕਾਲੀਆਂ ਨਾਲ ਗੱਠਜੋੜ ਬਾਰੇ, ਅਜੇ ਉਹਨਾਂ ਮੈਨੂੰ ਪੁੱਛਿਆ ਹੀ ਨਹੀਂ ਕਦੇ ਜਾਂ ਮੈਨੂੰ ਦੱਸਿਆ ਵੀ ਕੁਝ ਨਹੀਂ, ਤੇ ਸੁਖਬੀਰ ਜੀ ਸਿੱਧੇ ਹੋ ਕੇ ਆਪਣੀ ਬੰਦੇ ਜਿਹੜੇ ਉਹਨਾਂ ਦੀਆਂ ਡਿਊਟੀਆਂ ਲਾਉਣ ਲੱਗ ਪਏ। ਸੋ ਇਹਨੂੰ ਵੀ ਗੱਲ ਨੂੰ ਨਾਲ ਲੈ ਲਈਏ। ਹਾਲਾਂਕਿ ਰੰਧਾਵਾ ਜੀ ਇਹ ਲੋਕ ਸਭਾ ਇਲੈਕਸ਼ਨ 2024 ਉਮੀਦ ਹੈ ਕਿ ਅਪ੍ਰੈਲ ਮਈ 'ਚ ਹੋਣਗੇ। ਕੁਝ ਲੋਕ ਕਹਿੰਦੇ ਨੇ ਪਹਿਲੇ ਵੀ ਹੋ ਸਕਦੇ ਨੇ, ਪਰ ਪੰਜਾਬ ਦੇ ਵਿੱਚ ਜਿੱਦਾਂ ਕਹਿੰਦੇ ਨੇ ਵਿਆਹ ਭਾਵੇਂ ਮਈ 'ਚ ਹੋਣਾ ਹੈ, ਲੇਕਿਨ ਹਜੇ ਮਿਲਣੀ ਕਿਹਦੀ ਹੋਏਗੀ, ਕੌਣ ਕਿਹਦੇ ਨਾਲ ਮਿਲੇਗਾ, ਕਿਹੜੀ ਸੀਟ ਕੌਣ ਲੜੇਗਾ, ਪੰਜਾਬ ਦੇ ਵਿੱਚ ਤੇ ਮਾਹੌਲ ਏਦਾਂ ਦਾ ਹੈਗਾ ਸ਼ਾਇਦ 2 ਮਹੀਨੇ ਵਿੱਚ ਇਲੈਕਸ਼ਨ ਹੋ ਜਾਣੇ। ਉਸ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਅਲਾਈਅੰਸ ਦਾ ਇੱਕ ਪੋਲੀਟੀਕਲ ਸੱਟਾ ਚੱਲ ਰਿਹਾ ਹੈ। ਤੁਸੀਂ ਅੱਜ ਦੀ ਡੇਟ 'ਚ ਕਿਸੇ ਵੀ ਚਾਹ ਦੀ ਦੁਕਾਨ ਤੇ ਪੁੱਛੋ ਹੋਏਗਾ ਅਲਾਈਅੰਸ, ਕੋਈ ਕਹਿੰਦਾ ਹੋਏਗਾ, ਕੋਈ ਕਹਿੰਦਾ ਨਹੀਂ ਬਿਲਕੁਲ ਨਹੀਂ ਹੋਏਗਾ। ਔਰ ਇਹ ਕਨਫਿਊਜ਼ਨ ਇੰਨਾ ਕੁ ਉੱਤੇ ਚੜਿਆ ਹੋਇਆ ਹੈ ਕਿ ਕੋਈ ਵੱਡੀ ਗੱਲ ਨਹੀਂ, ਇਹਦੇ ਤੇ ਲੋਕ ਪੈਸੇ ਵੀ ਲਾਣੇ ਸ਼ੁਰੂ ਕਰ ਦੇਣ, ਤੇ ਇਹ ਵੀ ਆਪਣੇ ਆਪ ਵਿੱਚ ਬੜੀ ਇੰਟਰਸਟਿੰਗ ਜੀ ਗੱਲ ਹੋਈ ਕਿ ਦੂਜੇ ਪਾਸੇ ਅਕਾਲੀ ਦਲ ਭਾਵੇਂ ਆਪਣੇ ਕੈਂਪੇਨ ਇੰਚਾਰਜ ਸਾਰੀ ਲੋਕ ਸਭਾ ਕਨਸਟੀਟੂਐਂਸੀ ਦੇ ਅਨਾਉਂਸ ਕਰਦਾ ਕੱਲ, ਪਰ ਉਹਦੇ ਨਾਲ ਅਕਾਲੀ ਲੀਡਰ ਹੀ ਨਾਲ ਛੱਡ ਦਿੰਦੇ ਨੇ ਕਿ ਜੇ ਸਾਡਾ ਬੀਜੇਪੀ ਦੇ ਨਾਲ ਅਲਾਈਅੰਸ ਹੋਏਗਾ ਤਾਂ ਚਲੋ ਗੁਰਦਾਸਪੁਰ ਦੇ ਵਿੱਚ ਆਪਾਂ ਆਪਣੇ ਬੰਦਿਆਂ ਨੂੰ ਠੰਡਾ ਕਰਕੇ ਬਿਠਾ ਦਾਂਗੇ, ਔਰ ਜੇ ਅਲਾਈਅੰਸ ਹੋਇਆ ਤਾਂ ਵੀ ਠੀਕ ਹੈ, ਜੇ ਨਹੀਂ ਹੋਇਆ ਤਾਂ ਵੀ ਠੀਕ ਹੈ, ਪਰ ਫਿਲਹਾਲ ਗੱਲ ਨੂੰ ਅੱਗੇ ਤੇ ਤੋਰੋ। ਔਰ ਇੱਕ ਜਗ੍ਹਾ ਇਹ ਵੀ ਗੱਲ ਆਉਂਦੀ ਹੈ ਕਿ ਹੁਣ ਇਕੱਲੇ ਲੜਨ ਵਾਸਤੇ ਅਕਾਲੀ ਦਲ ਹੈਗਾ ਤਿਆਰ। ਹੁਣ ਜਦ ਗੱਲ ਜਾਖੜ ਸਾਹਿਬ ਨਾਲ ਹੁੰਦੀ ਹੈ ਉਹ ਵੱਖਰੀ ਟਾਈਪ ਦੀ ਸਟੇਟਮੈਂਟ ਦਿੰਦੇ ਨੇ। ਉਹ ਕਹਿੰਦੇ ਨੇ ਕਿ ਵੀ ਦੇਖੋ ਸਾਡੇ ਨਾਲ ਮੇਰੇ ਨਾਲ ਘੱਟ ਤੋਂ ਘੱਟ ਸਾਡੀ ਹਾਈ ਕਮਾਨ ਨੇ ਹਜੇ ਤੱਕ ਅਕਾਲੀ ਦਲ ਦੇ ਅਲਾਈਅੰਸ ਦੇ ਬਾਰੇ 'ਚ ਕੋਈ ਗੱਲ ਨਹੀਂ ਕੀਤੀ। ਜਦੋਂ ਉਹ ਗੱਲ ਕਰਨਗੇ ਤੇ ਮੈਂ ਆਪਣੀ ਰਾਏ ਦੇ ਦਾਂਗਾ, ਔਰ ਰਾਏ ਦੇਣ ਤੋਂ ਬਾਅਦ ਕੋਈ ਅਲਾਈਅੰਸ ਹੁੰਦਾ ਜਾਂ ਨਹੀਂ ਹੁੰਦਾ। ਯਾਨੀ ਕਨਫਿਊਜ਼ਨ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਦੇ ਅਲਾਈਅੰਸ ਦੇ ਉੱਤੇ, ਭਾਜਪਾ ਤੇ ਕਾਂਗਰਸ ਅਕਾਲੀ ਦਲ ਦੇ ਅਲਾਈਅੰਸ ਦੇ ਉੱਤੇ ਪੂਰਾ ਬਣਿਆ ਹੋਇਆ। ਔਰ ਇਹ ਇੱਕ ਪੋਲੀਟੀਕਲ ਇੰਜੋਇਮੈਂਟ ਹੁੰਦਾ ਨਾ, ਕਿਉਂਕਿ ਆਮ ਲੋਕਾਂ ਵਾਸਤੇ ਪੋਲੀਟਿਕਸ ਡਿਸਕਸ ਕਰਨਾ ਇੱਕ ਟਾਈਮ ਪਾਸ ਹੁੰਦਾ ਹੈ। ਉਹ ਟਾਈਮ ਬੜਾ ਵਧੀਆ ਪਾਸ ਹੋ ਰਿਹਾ, ਹੋਏਗਾ ਨਹੀਂ ਹੋਏਗਾ, ਮੁੰਡਾ ਹੋਏਗਾ ਕੁੜੀ ਹੋਏਗੀ, ਏਦਾਂ ਦੇ ਹਾਲਾਤ ਪੰਜਾਬ ਦੇ ਵਿੱਚ ਚੱਲ ਰਹੇ। ਇੰਦਰਪ੍ਰੀਤ ਜੀ, ਸੁਖਬੀਰ ਸਿੰਘ ਬਾਦਲ ਨੇ ਲਗਭਗ ਕਈ ਪੱਤੇ ਖੇਡੇ ਨੇ, ਕਈ ਚੀਜ਼ਾਂ ਸਾਫ਼ ਕਰਤੀਆਂ। ਇੱਕ ਤਾਂ ਉਹ ਆਪ ਇਲੈਕਸ਼ਨ ਨਹੀਂ ਲੜ ਰਹੇ ਲੱਗਦੇ, ਇੰਜ ਦਾ ਮੈਸੇਜ ਹੈ ਕਿ ਉਹ ਪਾਰਲੀਮਾਨੀ ਇਲੈਕਸ਼ਨ ਆਪ ਨਹੀਂ ਲੜਨਗੇ। ਮੇਰੇ ਖਿਆਲ ਮਨ 'ਚ ਕਿਤੇ ਵੀ ਰਹਿੰਦਾ ਹੈ ਕਿ ਅੱਗੇ ਹਰ ਗਏ ਤਾਂ ਫਿਰ ਹੋਰ ਇੱਕ ਵਾਰੀ ਲੀਡਰਸ਼ਿਪ ਦੇ ਉੱਤੇ ਹਰਫ ਆ ਜਾਂਦਾ ਨਾ, ਕਿ ਪ੍ਰਧਾਨ ਜੀ ਅਗਵਾਈ ਵੀ ਕਰਨ ਤੇ ਜਿੱਤ ਕੇ ਵੀ ਆਉਣ। ਤੇ ਮੈਨੂੰ ਲੱਗਦਾ ਇੱਕ ਤਾਂ ਉਹਨਾਂ ਨੇ ਸਿੱਧਾ ਮੈਸੇਜ ਛੱਡ ਦਿੱਤਾ। ਦੂਜਾ, ਬਿਕਰਮ ਸਿੰਘ ਮਜੀਠੀਆ ਇਲੈਕਸ਼ਨ ਲੜਨਗੇ ਐਸੇ ਸੰਕੇਤ ਦੇ ਉੱਤੇ। ਹਰਸਿਮਰਤ ਨੇ ਤਾਂ ਬਠਿੰਡੇ ਏਰੀਏ ਦੇ ਵਿੱਚ ਸਰਦੂਲਗੜ੍ਹ, ਮਾਨਸਾ ਵੱਡੀਆਂ ਰੈਲੀਆਂ ਸ਼ੁਰੂ ਕੀਤੀਆਂ ਹੋਈਆਂ ਜੂਥ ਦੇ ਬੈਨਰ ਥੱਲੇ। ਉਹ ਪਿਛਲੇ 2 ਦਿਨ ਤੋਂ ਮੈਂ ਦੇਖ ਰਿਹਾ ਲਗਾਤਾਰ ਰੈਲੀਆਂ ਕਰ ਰਿਹਾ। ਇਸੇ ਤਰੀਕੇ ਨਾਲ ਹੋਰ ਵੀ ਕਈ ਬੰਦੇ ਉਹਨਾਂ ਨੇ ਕਲੀਅਰ ਕਰਤੇ ਨੇ। ਚਲੋ ਜਿਵੇਂ ਚੰਦੂ ਮਾਜਰਾ ਸਾਹਿਬ ਆਨੰਦਪੁਰ ਸਾਹਿਬ ਤੋਂ ਨੇ, ਤੇ ਹੋਰ ਵੀ ਕਈ ਵਿਅਕਤੀਆਂ ਦਾ। ਸੁੱਖੀ ਤਾਂ ਕੁਦਰਤੀ ਤੌਰ ਤੇ ਹੁਣੇ ਲੜੇ ਨੇ ਜਲੰਧਰ, ਉਹਨਾਂ ਦਾ ਹੋਮਵਰਕ ਹੋਇਆ ਉਹਨਾਂ ਨੂੰ ਤਾਂ ਉੱਥੇ ਹੀ ਲਾਉਣਾ ਸੀ। ਸੋ ਇਹ ਗੱਠਜੋੜ ਨੂੰ ਲੈ ਕੇ ਜਿੱਥੇ ਜਾਖੜ ਸਾਹਿਬ ਦਾ ਜ਼ਿਕਰ ਵੀ ਆ ਰਿਹਾ, ਤੁਹਾਡੇ ਜਾਖੜ ਸਾਹਿਬ ਨਾਲ ਫਰੂਟਫੁਲ ਰਿਸ਼ਤੇ ਆ, ਸੁਖਬੀਰ ਜੀ ਨਾਲ ਵੀ ਹੈ। ਜਦੋਂ ਓਵਰਆਲ ਇਹਨਾਂ ਦੀ ਮਾਨਸਿਕਤਾ ਦੇ ਨਜ਼ਰੀਏ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਹੁੰਦੇ ਗੱਠਜੋੜ ਨਹੀਂ ਹੁੰਦੇ, ਗੱਠਜੋੜ ਕੱਲਿਆਂ ਲੜਨਾ, ਰਲ ਕੇ ਲੜਨਾ, ਇੱਕ ਦੂਜੇ ਨਾਲ ਲੜਨਾ, ਸਹਿਮਤੀ ਨਾਲ ਲੜਨਾ, ਇਹਦੇ ਉੱਤੇ ਤੁਹਾਡੀ ਕੀ ਰਾਏ ਹੈ? ਰੰਧਾਵਾ ਸਾਹਿਬ ਦੇਖੋ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਕੱਲ ਆਪਣੇ ਸਾਰੇ ਜਿੰਨੇ ਪਾਰਲੀਮੈਂਟ ਹਲਕੇ ਆ ਉਹਨਾਂ ਦੇ ਉੱਤੇ ਇੰਚਾਰਜ ਲਗਾਤਾ ਹੈ। ਇੰਚਾਰਜ ਇੱਕ ਨਵੀਂ ਐਤਕੀ ਕੱਢੀ ਹੈ, ਪਹਿਲਾਂ ਤਾਂ ਕਦੀ ਲੱਗਦੇ ਨੇ ਉਹ ਸਿੱਧਾ ਹੀ ਅਨਾਉਂਸ ਹੀ ਕਰਦੇ ਹੁੰਦੇ ਸੀਗੇ ਕਿ ਇੱਥੋਂ ਇਹ ਲੜੇਗਾ। ਐਤਕੀ ਫਸਟ ਟਾਈਮ ਹੈ ਕਿ ਇੰਚਾਰਜ ਲਗਾਤੇ ਹੈ। ਸੋ ਇੱਕ ਤਾਂ ਇਹ ਕਿ 2 ਸੀਟਾਂ ਜਿਹੜੀਆਂ ਗੁਰਦਾਸਪੁਰ ਵਾਲੀ ਤੇ ਅੰਮ੍ਰਿਤਸਰ ਵਾਲੀ ਉਹ ਉਹਨਾਂ ਨੇ ਛੱਡੀਆਂ ਨੇ, ਕਿਉਂਕਿ ਉਹਦੇ 'ਚ ਉਹ ਚਾਹੁੰਦੇ ਆ ਵੀ ਕੋਈ ਅਲਾਈ ਹੋਰ ਆ ਜੇ। ਹੁਸ਼ਿਆਰਪੁਰ ਵਾਲੀ ਉਹਨਾਂ ਨੇ
ਨਹੀਂ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਅਨਿਲ ਜੋਸ਼ੀ ਨੂੰ ਲਾਤਾ ਹੈ। ਮੋਸਟ ਹਾਂ, ਪ੍ਰੋਬਬਲੀ ਜੇ ਕੁਝ ਨਾ ਹੋਵੇ ਤੇ ਅਨਿਲ ਜੋਸ਼ੀ ਇਲੈਕਸ਼ਨ ਲੜਨਗੇ, ਕਿਉਂਕਿ ਕੱਲ ਹੀ ਵਿਕਰਮ ਮਜੀਠੀਆ ਨੇ ਉਹਨਾਂ ਨਾਲ ਮੁਲਾਕਾਤ ਵੀ ਪਾਈ ਆ। ਹੁਣ ਦੋ ਗੱਲਾਂ ਨੇ ਇਹਦੇ ਵਿੱਚ ਸਮਾਨਤਾ, ਇੱਕ ਤਾਂ ਖਡੂਰ ਸਾਹਿਬ ਹਲਕੇ 'ਚ ਤਰਨਤਾਰਨ ਪੈਂਦਾ ਤੇ ਤਰਨਤਾਰਨ ਦੇ ਜੋਸ਼ੀ ਸਾਹਿਬ ਨੇ, ਦੂਜੇ ਬੰਨੇ ਇੱਕੋ ਇੱਕ ਹਲਕਾ ਜਿਹੜਾ ਸਿੱਧੂ ਨੂੰ ਵੀ ਜਿਤਾਉਂਦਾ ਰਿਹਾ ਉਹ ਆ ਮਜੀਠਾ, ਤੇ ਮਜੀਠੇ ਦੇ ਵਿੱਚ ਵਿਕਰਮ ਨੇ ਬੈਠੇ, ਭਾਵੇਂ ਉਹਨਾਂ ਦੀ ਘਰਵਾਲੀ ਹੁਣ ਉੱਥੋਂ ਹੈ। ਸੋ ਇਸ ਕਰਕੇ ਨਾ ਦੋਨਾਂ ਦੀ ਮੁਲਾਕਾਤ ਦਾ ਮਤਲਬ ਹੈ ਕਿ ਖਡੂਰ ਸਾਹਿਬ ਤੇ ਅੰਮ੍ਰਿਤਸਰ ਦੇ ਕੈਂਡੀਡੇਟ ਲਗਭਗ ਤੈਅ ਹੋ ਗਿਆ, ਜੇ ਗੱਠਜੋੜ ਦੇ ਵਿੱਚ ਅੰਮ੍ਰਿਤਸਰ ਛੱਡਣੀ ਨਾ ਪਵੇ। ਕੀ ਕਹਿੰਦੇ ਜੀ? ਮੈਂ ਉਹੀ ਗੱਲ ਕਰ ਰਿਹਾ ਸੀਗਾ ਕਿ ਹਜੇ ਤੱਕ ਉਹਨਾਂ ਨੂੰ ਇਹ ਲੱਗ ਰਿਹਾ ਇੱਕ ਸਪੇਸ ਛੱਡੀ ਹੈ ਵੀ ਜੇ ਗੋਠਜੜ ਹੋ ਗਿਆ ਤਾਂ ਇਹ ਦੇ ਦਾਂਗੇ, ਨਹੀਂ ਤਾਂ ਫਿਰ ਆਪਾਂ ਤਾਂ ਲੜ ਹੀ ਰਹੇ ਹਾਂ। ਸੋ ਇੱਕ ਤਾਂ ਇਹ ਬਾਕੀ ਸੀਟਾਂ ਵੀ ਤਕਰੀਬਨ ਉਹਨਾਂ ਨੇ ਕਰਤੀਆਂ ਨੇ ਕਲੀਅਰ, ਜਿਹੜੀ ਜਿਵੇਂ ਇਹਦੇ ਵਾਸਤੇ ਠੀਕ ਹੈ ਤੁਸੀਂ ਕਿਹਾ ਫਿਰੋਜ਼ਪੁਰ ਵਾਸਤੇ ਉਹਨਾਂ ਨੇ ਜਨਮੇਜਾ ਸਿੰਘ ਸੇਖੋਂ ਹੋਰਾਂ ਨੂੰ ਅੱਗੇ ਕੀਤਾ, ਕਿਉਂਕਿ ਉਹ ਪਹਿਲਾਂ ਵੀ ਇੱਥੇ ਲੜੇ ਹੋਏ ਹੈਗੇ ਆ, ਜਿੱਤਦੇ ਰਹੇ ਨੇ MLA ਫਿਰੋਜ਼ਪੁਰ ਕੈਂਟ ਤੋਂ ਪਹਿਲਾਂ, ਜਦੋਂ ਇਹ ਸੀਟ ਜਰਨਲ ਸੀਗੀ ਤਾਂ ਉੱਥੇ ਜਿੱਤਦੇ ਰਹੇ ਆ। ਬਾਕੀ ਦੀਆਂ ਸੀਟਾਂ ਵੀ ਕਲੀਅਰ ਨੇ। ਚੰਦੂ ਮਾਜਰਾ ਸਾਹਿਬ ਨੂੰ ਅਨੰਦਪੁਰ ਸਾਹਿਬ ਭੇਜਤਾ ਹੈ, ਉਹਨਾਂ ਦਾ ਵੀ ਹੋ ਗਿਆ ਹੈ। ਪਰ ਇੱਕ ਇੰਟਰਸਟਿੰਗ ਚੀਜ਼ ਹੈ ਕਿ NK ਸ਼ਰਮਾ ਨੂੰ ਲੁਧਿਆਣਾ ਦਾ ਇੰਚਾਰਜ ਬਣਾਇਆ ਔਰ ਇਹ ਸੀਟ ਉੱਥੇ ਦੋ ਲਗਾਏ, ਇੱਕ ਲੁਧਿਆਣਾ ਦਿਹਾਤੀ ਅਲੱਗ ਲਗਾਤਾ, ਮਾਲ ਸਾਹਿਬ ਨੂੰ ਲਗਾਤਾ, ਇੱਥੇ ਉਹਨਾਂ ਨੂੰ ਲਗਾਤਾ, ਇਹ ਦੋਨੋਂ ਅਲੱਗ ਲਗਾਏ। ਜਲੰਧਰ ਵਾਲੀ ਸੀਟ ਵੀ ਕਲੀਅਰ ਹੈ ਕਿ ਡਾਕਟਰ ਸੁੱਖੀ ਨੂੰ ਦੇਤੀ ਹੈ, ਉਹ ਹੁਣੀ ਲੜ ਕੇ ਹਟੇ ਨੇ, ਉਹਨਾਂ ਦੇ ਚੰਗੇ ਸੈੱਲ ਬਣ ਗਏ ਉੱਥੇ, ਤੇ ਹੁਣ ਟਾਈਮ ਬਹੁਤ ਹੈ ਉਹਨਾਂ ਕੋਲੇ ਆਪਣੇ ਹੋਰ ਜਿਹੜੇ ਸੈੱਲ ਮਜ਼ਬੂਤ ਕਰਨ ਦਾ ਤੇ ਫਿਰ ਨਵੇਂ ਸਿਰੇ ਤੋਂ ਇੱਥੇ ਉਤਰਨ ਦਾ। ਹੁਸ਼ਿਆਰਪੁਰ ਵੀ ਉਹਨਾਂ ਨੇ ਕਰਤੀ ਹੈ ਵੀ ਇੱਥੇ BSP ਹੀ ਲੜੇਗੀ, ਸਾਡੇ ਉਹਦੇ ਵਿੱਚ ਹੈਗਾ। ਠੀਕ ਹੈ, ਇਹ ਇੱਕ ਉਹਨਾਂ ਨੇ ਜਿਹੜਾ ਮੈਸੇਜ ਦਿੱਤਾ ਹੈ, ਉਸ ਤੋਂ ਤਾਂ ਏਦਾਂ ਜਿਵੇਂ ਲੱਗ ਰਿਹਾ ਕਿ BJP ਨਾਲ ਜਿਹੜੇ ਗੱਲਬਾਤ ਦੇ ਦਰਵਾਜ਼ੇ ਸੀ ਉਹ ਤਕਰੀਬਨ ਬੰਦ ਹੀ ਹੋ ਚੁੱਕੇ ਆ। ਹੁਣ ਸਭ ਆਪਣੇ ਲੜਨਗੇ। ਸੇਮ ਹੀ ਟਾਈਮ 'ਚ ਤੁਸੀਂ ਦੇਖੋ ਜਾਖੜ ਸਾਹਿਬ ਦਾ ਜਿਹੜਾ ਬਿਆਨ ਹੈ, ਉਹ ਉਹਨਾਂ ਨੇ ਵੀ ਕਿਹਾ ਵੀ ਮੈਨੂੰ ਤਾਂ ਹਜੇ ਤੱਕ ਮੇਰੀ ਲੀਡਰਸ਼ਿਪ ਨੇ ਕਿਹਾ ਹੀ ਨਹੀਂ ਹੈ ਕਿ ਆਪਾਂ ਇਹਨਾਂ ਨਾਲ ਲੜਨਾ ਜਾਂ ਨਹੀਂ ਲੜਨਾ, ਮੇਰੇ ਤੋਂ ਇੱਕ ਵਾਰ ਵੀ ਨਹੀਂ ਪੁੱਛਿਆ। ਤੇ ਹੁਣ ਜਦੋਂ ਕਿ 24 ਨੂੰ ਆਉਣ ਦੇ ਵਿੱਚ ਬਹੁਤ ਥੋੜਾ ਟਾਈਮ ਰਹਿ ਗਿਆ, ਤੇ ਉਦੋਂ ਤੱਕ ਆਪਾਂ ਹਜੇ ਤੱਕ ਗੱਠਜੋੜ ਦਾ ਮਤਲਬ ਤੈਅ ਹੀ ਨਹੀਂ ਕਰ ਪਾ ਰਹੇ ਕਿ ਗੱਠਜੋੜ ਕਰਨਾ ਹੈ ਕਿ ਨਹੀਂ ਕਰਨਾ। ਤਾਂ ਇਸ ਤੋਂ ਵੀ ਇਹ ਕਲੀਅਰ ਹੈ ਕਿ BJP ਵੀ ਆਪਣੇ ਤੌਰ ਤੇ ਹੀ ਲੜਨਾ ਚਾਹੁੰਦੀ ਹੈ। ਹੋ ਸਕਦਾ ਕਿ BJP ਦਾ ਇਹ ਵੀ ਹੋਏ ਕਿ ਅਸੀਂ 27 ਲਈ ਆਪਣਾ ਟੈਸਟ ਕਰ ਲਈਏ ਕਿ ਅਸੀਂ ਕਿੰਨੇ ਕੁ ਪਾਣੀ 'ਚ ਹੈਗੇ ਹਾਂ, ਕਿਉਂਕਿ ਹੁਣ ਬਹੁਤ ਸਾਰੇ ਦੂਜੀ ਪਾਰਟੀਆਂ ਤੋਂ ਬੰਦੇ ਵੀ ਆਏ ਨੇ, ਹੋਰ ਵੀ ਟੁੱਟ ਭੱਜ ਹੋਏਗੀ ਇਹਨਾਂ ਦਿਨਾਂ ਦੇ ਵਿੱਚ। ਜਿਨ੍ਹਾਂ ਨੂੰ ਸੀਟਾਂ ਨਹੀਂ ਮਿਲਣਗੀਆਂ ਉਹ ਭਾਜਪਾ ਦੇ ਦਰਵਾਜ਼ੇ ਖੜਕਾਉਣਗੇ, ਕਿਉਂਕਿ ਭਾਜਪਾ ਕੋਲੇ ਬਹੁਤ ਸਾਰੇ ਹੈਗੇ ਆ ਸੀਟਾਂ ਦੇਣ ਵਾਸਤੇ, ਕਿਉਂਕਿ ਉਹ ਤਾਂ ਸਿਰਫ 23 ਸੀਟਾਂ ਤੇ ਹੀ ਲੜਦੇ ਰਹੇ ਆ, ਬਾਕੀ ਤਾਂ ਉਹਨਾਂ ਦੇ ਖਾਲੀ ਨੇ। ਤੇ ਪਾਰਲੀਮੈਂਟ ਦੀਆਂ ਵੀ ਉਹ 3 ਹੀ ਲੜਦੇ ਰਹੇ ਆ, 10 ਸੀਟਾਂ ਤਕਰੀਬਨ ਉਹਨਾਂ ਕੋਲੇ ਵਿਹਲੀਆਂ ਪਈਆਂ ਨੇ। ਉਹ 10 ਸੀਟਾਂ ਦੇ ਉੱਤੇ ਕਿਹਨਾਂ ਨੂੰ ਖੜਾ ਕਰਨਗੇ? ਇਹਨਾਂ ਲਈ ਬਹੁਤ ਹੈਗੇ ਆ ਕਿ ਵੱਡੀ ਪਾਰਟੀਆਂ ਤੋਂ ਵੱਡੇ ਲੀਡਰ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਉੱਥੇ ਨਹੀਂ ਮਿਲਦੀ, ਜਿਵੇਂ ਹੁਣ ਕਾਂਗਰਸ 'ਚ ਤੇ ਆਪ 'ਚ ਜੇ ਸਮਝੌਤਾ ਹੋ ਜਾਂਦਾ ਹੈ ਤੇ ਕਾਂਗਰਸ ਦੇ ਬੰਦਿਆਂ ਨੂੰ ਨਹੀਂ ਮਿਲਦੀਆਂ ਸੀਟਾਂ, ਤੇ ਉਹਨਾਂ ਕੋਲੇ BJP ਦਾ ਦਰਵਾਜ਼ਾ ਖੜਕਾਉਣ ਤੋਂ ਇਲਾਵਾ ਕੋਈ ਚਾਰਾ ਮੈਨੂੰ ਲੱਗਦਾ ਰਹੇਗਾ ਨਹੀਂ। ਸੋ ਇਹ ਚੀਜ਼ਾਂ ਹੁਣ ਭਾਸਕਰ ਸਾਹਿਬ ਨੇ ਠੀਕ ਕਿਹਾ ਕਿ ਆਉਣ ਵਾਲੇ ਟਾਈਮ 'ਚ ਇੰਨਾ ਕੁਝ ਬਦਲੇਗਾ, ਸਾਨੂੰ ਹੈਰਾਨੀ ਹੋਣੀ ਵੀ ਬੰਦ ਹੋ ਜਾਏਗੀ ਵੀ ਅੱਛਾ ਇਹ ਵੀ ਚਲਾ ਗਿਆ, ਕਿਉਂਕਿ ਇੰਨੇ ਵੱਡੇ ਲੀਡਰ ਇੱਕ ਦੂਜੇ ਦੇ ਘਰਾਂ 'ਚ ਜਾਣਗੇ ਕਿ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਲੱਗੂਗਾ ਕਿ ਰੂਟੀਨ ਦਾ ਹੀ ਕੰਮ ਹੋ ਗਿਆ ਯਾਰ। ਪਹਿਲਾਂ ਇਹਦਾ ਮਤਲਬ ਹੈ ਕਿ ਹੁਣ ਆਈਡੀਓਲੋਜੀ ਤਾਂ ਕੋਈ ਰਹੀ ਨਹੀਂ ਹੈ, ਜਿਹੜਾ ਮਰਜੀ ਜਿੱਥੇ ਮਰਜੀ ਫ੍ਰੀ ਫॉर ਆਲ। ਜੀ ਭਾਸਕਰ ਸਾਹਿਬ, ਵੈਸੇ ਤਾਂ ਵੱਡੇ ਬੰਦੇ ਜਾਣਗੇ, ਪਰ ਕੱਲ ਵੱਡੇ ਬੰਦੇ ਆਏ, RSS ਪ੍ਰਮੁੱਖ ਪੰਜਾਬ ਦੇ ਵਿੱਚ ਸੀ, ਉਹਨਾਂ ਨੇ ਇਹਨਾਂ ਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ, ਪੋਲੀਟੀਕਲ ਬੰਦਿਆਂ ਨੂੰ 5-7 ਮਿੰਟ ਦਾ ਮਿਲਣ ਦਾ ਮੌਕਾ ਨਹੀਂ ਦਿੱਤਾ, ਔਰ ਉਹ ਆਏ ਆਪਣੇ ਨਿੱਜੀ ਦੌਰੇ ਤੇ ਔਰ ਉਹ ਇੱਕ ਸਮਾਗਮ 'ਚ ਸ਼ਾਮਲ ਹੋ ਕੇ ਵਾਪਸ ਚਲੇ ਗਏ। ਪੋਲੀਟੀਕਲ ਬੰਦਿਆਂ ਨੂੰ ਭਿਣਕ ਤੱਕ ਨਹੀਂ ਪੈਣ ਦਿੱਤੀ। ਇੱਕ ਤਾਂ ਇਹ ਪਹਿਲੂ, ਦੂਜਾ ਪਹਿਲੂ ਇਹ ਵੀ ਹੈ ਇੰਦਰਪ੍ਰੀਤ ਜੀ, ਤੁਸੀਂ ਕਹਿ ਰਹੇ ਹੋ ਕਿ ਭਾਜਪਾ 27 ਲਈ ਟੈਸਟ ਕਰੂਗੀ। ਮੈਨੂੰ ਲੱਗਦਾ ਉਹਨਾਂ ਲਈ 27 ਮਾਇਨੇ ਨਹੀਂ ਰੱਖਦਾ, ਉਹਨਾਂ ਲਈ 13 ਸੀਟਾਂ ਬਹੁਤ ਅਹਿਮ ਆ। ਜਦੋਂ ਦੇਸ਼ ਦੇ ਵਿੱਚ ਮਾਰੋਮਾਰੀ ਹੋਈ ਪਈ ਆ, ਇੰਡੀਆ ਗੱਠਜੋੜ ਦੇ ਨਾਂ ਥੱਲੇ ਬਾਕੀ ਪਾਰਟੀਆਂ ਇਕੱਠੀਆਂ ਹੋ ਰਹੀਆਂ, ਤੇ ਪੰਜਾਬ ਦੀਆਂ 13 ਸੀਟਾਂ ਪਹਿਲੀ ਵਾਰੀ ਮੈਨੂੰ ਲੱਗਦਾ ਇੰਨੇ ਫੋਕਸ ਵਿੱਚ ਲੜੀਆਂ ਜਾਣਗੀਆਂ। ਪਹਿਲਾਂ ਤਾਂ ਏਡੀ ਖਾਸ ਗੱਲ ਨਹੀਂ ਸੀ। ਮੈਨੂੰ ਇਹ ਵੀ ਸ਼ੱਕ ਹੈ ਕਿ ਇਹ ਆਉਣਗੇ, ਇਹ ਇਕੱਠੇ ਆਉਣਗੇ, ਇਹ ਹਰ ਹਾਲ ਦੇ ਵਿੱਚ ਗੱਠਜੋੜ ਹੋਊਗਾ। ਵੈਸੇ ਤੁਸੀਂ BJP ਦੀ ਗੱਲ ਕੀਤੀ, ਉਹਨਾਂ ਕੋਲ ਕੈਂਡੀਡੇਟਸ ਦੀ ਕੋਈ ਕਮੀ ਨਹੀਂ ਹੈਗੀ। ਹੁਣ ਤੁਸੀਂ ਸੰਗਰੂਰ ਹੀ ਲਾ ਲਓ, ਸੰਗਰੂਰ ਦੇ ਵਿੱਚ ਕੇਵਲ ਢਿੱਲੋਂ ਵੀ ਉਹਨਾਂ ਕੋਲ ਬੈਠੇ ਨੇ, ਉਹਨਾਂ ਕੋਲ ਖੰਨਾ ਵੀ ਬੈਠੇ ਨੇ, ਉਹਨਾਂ ਕੋਲ ਢੀਂਡਸੇ ਵੀ ਬੈਠੇ ਨੇ, ਇੱਕ ਸੀਟ ਤੇ ਏਡੇ ਹੈਵੀ ਵੇਟ 3-3 4-4 ਬੰਦੇ ਬੈਠੇ ਨੇ। ਮਾਮਲਾ ਉਹ ਨਹੀਂ, ਮਾਮਲਾ ਕਿ ਲੋਕ ਵੀ ਤਾਂ ਬੈਠੇ ਹੋਣੇ ਚਾਹੀਦੇ ਨਾ। ਵੋਟਾਂ ਦੇ ਸਮੀਕਰਨ, ਹਿੰਦੂ ਸਿੱਖ ਦੀ ਵੋਟ ਰਲ ਮਿਲ ਕੇ ਜਿਹੜੀ ਉਹ ਇੱਕ ਕਾਫੀ ਵੱਡਾ ਬਣ ਜਾਂਦਾ ਸੀ ਹਿੱਸਾ, ਜਿਹੜਾ ਉਹਨਾਂ ਨੂੰ ਜਿਤਾ ਦਿੰਦਾ ਸੀ। ਮੈਨੂੰ ਲੱਗਦਾ ਕਿ ਅਕਾਲੀ ਦਲ ਜੋ ਮਰਜ਼ੀ ਕਹੀ ਜਾਵੇ, ਜਾਖੜ ਸਾਹਿਬ ਜੋ ਮਰਜ਼ੀ ਕਹੀ ਜਾਣ,
ਜਦੋਂ ਸਾਰਾ ਜਮਾ ਘਟਾਓ ਦੇਸ਼ ਦੇ ਲੈਵਲ ਤੇ ਪ੍ਰਧਾਨ ਮੰਤਰੀ ਦੀ ਉਹ ਟੀਮ ਕਰੂਗੀ, ਜਿਹੜਾ ਵਾਰ ਰੂਮ ਹੁੰਦਾ ਬੀਜੇਪੀ ਦਾ, ਫਿਰ ਮੈਨੂੰ ਲੱਗਦਾ ਕਿਸੇ ਦਿਨ ਵੀ ਸੱਦਾ ਸੁਖਬੀਰ ਸਿੰਘ ਬਾਦਲ ਨੂੰ ਆ ਜਾਊਗਾ, ਪ੍ਰਧਾਨ ਜੀ ਆਓ ਬੈਠੀਏ ਚਾਹ ਦੇ ਕੱਪ ਤੇ, ਬਾਕੀ ਗੱਲਾਂ ਤਾਂ ਸੈਕੰਡਰੀ ਹੋ ਜਾਣਗੀਆਂ ਜੀ। ਸੋ ਮੈਂ ਭਾਸਕਰ ਸਾਹਿਬ ਤੁਹਾਡੇ ਤੋਂ ਇਹ ਸਮਝਣਾ ਕਿ ਦੇਸ਼ ਦੀ ਰਾਜਨੀਤੀ ਕਿਸ ਕਰਵਟ ਜਾ ਰਹੀ ਆ। ਤੁਸੀਂ ਮੋਹਨ ਭਾਗਵਤ ਸਾਹਿਬ ਦਾ ਇੱਕ ਜ਼ਿਕਰ ਜ਼ਰੂਰ ਛੇੜ ਲਓ, ਤੇ ਨਾਲ ਇੰਡੀਆ ਸਾਰੇ ਦੀ ਜਿਹੜੀ ਰਾਜਨੀਤੀ ਆ ਉੱਤੇ ਇੱਕ ਪੰਛੀ ਝਾਤ ਪਵਾ ਦਿਓ। ਸਟਾਲਨ ਦੇ ਪੁੱਤਰ ਨੇ, ਉਦੈਨਿਧੀ ਨੇ ਆਪਣਾ ਟੂਰ ਜਿਹਾ ਬਣਾ ਲਿਆ, ਲੜਾਈ ਤਾਂ ਉਹਨੇ ਪੁੱਠੀ ਲਈ, ਪਰਚੇ ਵੀ ਹੋਏ, ਪਰ ਹੁਣ ਸਾਰਾ ਦੇਸ਼ ਜਾਣਨ ਲੱਗ ਪਿਆ ਵੀ ਸਟਾਲਨ ਦਾ ਪੁੱਤਰ ਕੌਣ ਸੀ। ਕਰੁਣਾਨਿਧੀ ਦੇ ਪੁੱਤਰ ਨੂੰ ਜਾਣਨ ਲਈ ਵੀ ਇਦਾਂ ਦੇ ਤੌਰ ਤਰੀਕੇ ਸੀ, ਔਰ ਜਦੋਂ ਕਰੁਣਾਨਿਧੀ ਨਹੀਂ ਰਹੇ ਤੇ ਸਟਾਲਨ ਵੱਡੇ ਹੋ ਗਏ। ਸਟਾਲਨ ਤੋਂ ਬਾਅਦ ਪੁੱਤਰ ਵੀ ਏਦਾਂ ਲੜਨ। ਜਦੋਂ ਕਿਸੇ ਨੂੰ ਵਧਾਉਣਾ ਹੁੰਦਾ ਨਾ, ਇਹ ਨਹੀਂ ਹੁੰਦਾ ਵੀ ਆਪਣਾ ਕੋਈ ਕਿਸੇ ਜਗ੍ਹਾ ਤੇ ਆਣ ਕੇ ਕੋਈ ਆਪਸ ਵਿੱਚ ਕੁੱਟਮਾਰ ਕਰਕੇ ਵੱਡੇ ਹੋਵੋ। ਲੜਨਾ ਹੋਵੇ ਤਾਂ ਫਿਰ ਤਰੀਕੇ ਪੈਂਤੜੇ ਇਹ ਹੁੰਦੇ ਆ। ਖੈਰ ਬੀਜੇਪੀ ਵੀ ਆ ਜਿਹੜੀ G20 ਵਾਲੀ ਸਫਲਤਾ ਹੈ ਇਹਨੂੰ ਭਰਾਉਣ ਦਾ ਯਤਨ ਕਰੂਗੀ। ਪੂਰੇ ਦੇਸ਼ ਦੀ ਰਾਜਨੀਤੀ ਤੇ ਇੱਕ ਪੰਛੀ ਝਾਤ ਉੱਡਦੇ ਦਿਖਾਓ। ਬਿਲਕੁਲ ਠੀਕ ਕਿਹਾ ਤੁਸੀਂ। ਇੰਡੀਆ ਦੇ ਵਿੱਚ ਪੋਲਿਟਿਕਸ ਨੂੰ ਲੈ ਕੇ ਕੀ ਚੱਲ ਰਿਹਾ ਹੈ। ਪਿਛਲੇ ਦਿਨਾਂ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀਗਾ 250 ਤੋਂ ਵੱਧ ਕਾਲ ਸੈਂਟਰ ਬੀਜੇਪੀ ਬਣਾਏਗੀ, ਔਰ ਉਸ ਤੋਂ ਬਾਅਦ G20 ਸਮਿਟ ਜਦ ਹੋ ਕੇ ਹਟੀ ਹੈ, ਜਿਹਦੇ ਵਿੱਚ ਕਾਫੀ ਸਾਰੇ ਮੁੱਖ ਮੰਤਰੀ, ਈਵਨ ਇੰਡੀਆ ਅਲਾਈਅੰਸ ਦੇ ਵੀ ਮੁੱਖ ਮੰਤਰੀ ਉਸ ਡਿਨਰ ਦੇ ਵਿੱਚ ਮੌਜੂਦ ਸੀਗੇ, ਔਰ ਕੁਝ ਨਹੀਂ ਵੀ ਸੀਗੇ। ਉਸ ਤੋਂ ਬਾਅਦ ਬੀਜੇਪੀ ਨੇ ਫੈਸਲਾ ਕੀਤਾ ਹੈ ਕਿ ਜਿਸ ਤਰੀਕੇ ਨਾਲ ਇੰਡੀਆ ਦੀ ਲੀਡਰਸ਼ਿਪ ਨੂੰ ਪੂਰੇ ਕੌਮਾਂਤਰੀ ਪੱਧਰ ਤੇ ਇੱਕ ਪਹਿਲ ਤੇ ਇੱਕ ਤਰੀਕੇ ਨਾਲ ਜਿਹੜਾ ਸਾਡਾ ਅਕਸ ਬਹੁਤ ਵੱਡਾ ਹੋਇਆ, ਔਰ ਖਾਸ ਕਰਕੇ ਪੀਸ ਨੂੰ ਲੈ ਕੇ, ਸ਼ਾਂਤੀ ਨੂੰ ਲੈ ਕੇ, ਯੂਕਰੇਨ ਤੇ ਰਸ਼ੀਆ ਦੇ ਵਿੱਚ ਲੜਾਈ ਛਿੜ ਰਹੀ ਹੈ, ਉਹਦੇ ਵਿੱਚ ਜਿਹੜਾ ਡਿਕਲੇਰੇਸ਼ਨ ਪਾਸ ਹੋਇਆ ਹੈ, ਉਹਦੇ ਵਿੱਚ ਇੰਡੀਆ ਦੇ ਰੋਲ ਨੂੰ ਜਿਹੜਾ ਤਾਰੀਫ ਕੀਤੀ ਗਈ ਹੈ, ਉਹਨੂੰ ਲੈ ਕੇ ਬੀਜੇਪੀ ਨੇ ਡਿਸਾਈਡ ਕੀਤਾ 2024 ਦੇ ਵਿੱਚ G20 ਦੀ ਮੀਟਿੰਗ ਦੀ ਸਕਸੈਸ ਨੂੰ ਉਹ ਪੋਲੀਟੀਕਲੀ ਭੁਨਾਣਗੇ, ਔਰ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਮੋਦੀ ਉਹਨਾਂ ਦੀ ਪੋਲੀਟੀਕਲ ਹਾਈਟ ਕਹਿ ਲਓ ਜਾਂ ਵਰਲਡ ਲੀਡਰਸ਼ਿਪ ਕਹਿ ਲਓ, ਉਹ ਵਧੀ ਹੈ, ਉਹਨੂੰ ਇੱਕ ਇਲੈਕਸ਼ਨ ਦਾ ਵੀ ਇੱਕ ਮੁੱਦਾ ਬਣਾਇਆ ਜਾਏਗਾ। ਇਹ ਗੱਲ ਨਿਕਲ ਕੇ ਆਈ ਹੈ। ਦੂਜਾ ਗੱਲ ਕਰੀਏ, ਅਗਰ ਪੂਰੇ ਦੇਸ਼ ਦੀ ਰਾਜਨੀਤੀ ਨੂੰ ਕਰੀਏ, ਗਵਰਨਰ ਸਾਹਿਬ ਤੇ ਇਲੈਕਟਿਡ ਸਰਕਾਰਾਂ ਦੇ ਵਿੱਚ ਜਿਸ ਤਰੀਕੇ ਦਾ ਰਫੜ ਪਿਆ ਹੈ ਪੰਜਾਬ ਦੇ ਵਿੱਚ, ਹਜੇ ਜੇ ਸਪਟੈਂਬਰ 20 ਨੂੰ ਸਾਡੇ ਗਵਰਨਰ ਸਾਹਿਬ ਚੱਲੇ ਨੇ ਉਹ ਜਿਹੜੇ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਦੇ ਵਿੱਚ। ਵੈਸਟ ਬੰਗਾਲ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ 14 ਇੰਟਰੀਮ ਵਾਈਸ ਚਾਂਸਲਰ ਗਵਰਨਰ ਸਾਹਿਬ CV ਆਨੰਦਾ ਬੋਸ ਨੇ ਲਾਤੇ ਸੀਗੇ। ਉਹਦੇ ਉੱਤੇ ਗੱਲ ਹੁਣ ਅੱਗੇ ਵੱਧ ਗਈ ਹੈ, ਕਾਰਨ ਕਿ 2 ਦਿਨ ਪਹਿਲੇ ਇੱਕ ਮੀਟਿੰਗ ਬੁਲਾਈ ਸੀ ਉੱਥੇ ਦੇ ਐਜੂਕੇਸ਼ਨ ਮਿਨਿਸਟਰ ਨੇ, ਔਰ ਐਲੀਗੇਸ਼ਨ ਹੈਗਾ ਗਵਰਨਰ ਆਫਿਸ ਦੇ ਉੱਤੇ ਕਿ ਉਹਨਾਂ ਨੇ ਉਹਨਾਂ ਯੂਨੀਵਰਸਿਟੀਆਂ ਦੇ ਅਫੀਸ਼ੀਅਲਸ ਨੂੰ, ਰਜਿਸਟਰਾਰ ਨੂੰ, ਵਾਈਸ ਚਾਂਸਲਰ ਨੂੰ, ਇੰਟਰੀਮ ਵਾਈਸ ਚਾਂਸਲਰ ਨੂੰ ਉੱਥੇ ਆਉਣ ਤੋਂ ਰੋਕਿਆ। ਤੇ ਹੁਣ ਵੈਸਟ ਬੰਗਾਲ ਸਰਕਾਰ ਲੀਗਲ ਐਕਸ਼ਨ ਗਵਰਨਰ ਸਾਹਿਬ ਦੇ ਖਿਲਾਫ ਕਿੱਦਾਂ ਲਿੱਤਾ ਜਾ ਸਕਦਾ ਹੈ, ਇਹਦੀ ਇੱਕ ਕਵਾਇਦ ਕਰ ਰਹੀ ਹੈ। ਔਰ ਅਗਰ ਕੇਂਦਰੀ ਰਾਜਨੀਤੀ ਦੀ ਉਸ ਡਿਨਰ ਦੀ ਗੱਲ ਕਰੀਏ G20 ਦੇ ਡਿਨਰ ਦੇ ਵਿੱਚ, ਤੁਹਾਨੂੰ ਪਤਾ ਹੈ ਕਿ ਅਸੀਂ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਕਿ ਬਘੇਲ ਸਾਹਿਬ, ਗਹਿਲੋਤ ਸਾਹਿਬ ਤੇ ਤੀਜੇ ਸਿੱਧਾਰਮਈਆ ਸਾਹਿਬ, ਯਾਨੀ ਜਿਹੜੇ ਕਾਂਗਰਸ ਦੇ 3 ਮੁੱਖ ਮੰਤਰੀ ਆ, ਉਹ ਇਸ ਗੱਲ ਤੋਂ ਨਾਰਾਜ਼ ਹੋ ਕੇ ਕਿ ਸਾਡੇ ਵੱਡਿਆਂ ਨੂੰ ਤੁਸੀਂ ਡਿਨਰ ਤੇ ਨਹੀਂ ਬੁਲਾਇਆ ਤੇ ਅਸੀਂ ਵੀ ਇਸ ਡਿਨਰ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ, ਕਿ ਉਹ ਵੱਡੇ, ਉਹ ਸੁਖਵਿੰਦਰ ਉਹਨਾਂ ਦੇ ਵੱਡੇ ਨਹੀਂ ਸੀਗੇ। ਯਾਨੀ ਇਹ ਵੀ ਆਪਣੇ ਆਪ ਵਿੱਚ ਸਵਾਲ ਹੈਗਾ ਕਿ ਕਾਂਗਰਸ ਦੀ ਰੂਲ ਦੇ, ਕਾਂਗਰਸ ਦੇ ਹੀ ਇੱਕ ਹਿਮਾਚਲ ਦੇ ਚੀਫ ਮਿਨਿਸਟਰ ਤੇ ਜਾਂਦੇ ਨੇ, ਔਰ ਬਾਕੀ 3 ਚੀਫ ਮਿਨਿਸਟਰ ਇਸ ਕਰਕੇ ਉਸ ਮੀਟਿੰਗ ਦਾ ਬਾਈਕਾਟ ਕਰ ਦਿੰਦੇ ਨੇ ਕਿ ਸਾਡੇ ਵੱਡਿਆਂ ਨੂੰ ਨਹੀਂ ਬੁਲਾਇਆ। ਦੂਜੇ ਪਾਸੇ ਇੰਡੀਆ ਅਲਾਈਅੰਸ ਦੇ ਉਹ ਵੱਡੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਲੈ ਕੇ ਮਮਤਾ ਬਨਰਜੀ ਤੋਂ ਲੈ ਕੇ ਸਟਾਲਿਨ, ਯਾਨੀ ਸਟਾਲਿਨ ਜਿਹੜੇ ਤਮਿਲਨਾਡੂ ਦੇ ਉਹ ਹੈਗੇ ਨੇ, ਉਹ ਇਸ ਡਿਨਰ ਦੇ ਵਿੱਚ ਗੱਜ ਵੱਜ ਕੇ ਸ਼ਾਮਿਲ ਹੁੰਦੇ ਨੇ। ਔਰ ਜਦ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਂਦਾ ਕਿ ਕਾਂਗਰਸ ਦੇ 3 ਮੁੱਖ ਮੰਤਰੀਆਂ ਨੇ ਬਾਈਕਾਟ ਕੀਤਾ, ਉਹ ਕਹਿੰਦੇ ਨੇ ਉਹਨਾਂ ਦੀ ਮਰਜ਼ੀ। ਖਾਸ ਕਰ ਜਿੱਥੇ ਕੌਮਾਂਤਰੀ ਪੱਧਰ ਦੀ ਗੱਲ ਹੋਏ, ਦੇਸ਼ ਨੂੰ ਪੂਰੇ ਵਿਸ਼ਵ ਦੇ ਵਿੱਚ ਇੱਕ ਪਲੇਟਫਾਰਮ ਮਿਲਦਾ ਹੋਏ, ਤੇ ਉੱਥੇ ਇਦਾਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਹ ਚੰਗੀ ਗੱਲ ਕੀਤੀ ਹੈ। ਹਾਲਾਂਕਿ ਕੇਰਲਾ ਦੇ ਚੀਫ ਮਿਨਿਸਟਰ ਵੀ ਇਸ ਡਿਨਰ ਦੇ ਵਿੱਚ ਸ਼ਾਮਿਲ ਨਹੀਂ ਹੋਏ, ਉਹਨਾਂ ਦੇ ਆਪਣੇ ਕਾਰਨ ਹੋ ਸਕਦੇ। ਔਰ ਮਮਤਾ ਬਨਰਜੀ ਦੇ ਪਾਰਟੀ ਦੇ ਲੀਡਰਾਂ ਨੂੰ ਤੇ ਇਹ ਵੀ ਕਹਿੰਦੇ ਹੋਏ ਸੁਣਿਆ ਗਿਆ ਕਿ ਅਸੀਂ ਕਾਂਗਰਸ ਦੀ ਹਰ ਲਾਈਨ ਨੂੰ ਟੋ ਨਹੀਂ ਕਰਾਂਗੇ, ਅਸੀਂ ਆਪਣੇ ਹਿਸਾਬ ਨਾਲ ਕਿਸ ਮੰਚ ਤੇ ਸਾਨੂੰ ਕਿੱਦਾਂ ਵਿਚਰਨਾ ਹੈ ਅਸੀਂ ਖੁਦ ਡਿਸਾਈਡ ਕਰਾਂਗੇ। ਹੁਣ ਗੱਲ ਆਈ ਮੋਹਨ ਭਾਗਵਤ ਉਹਨਾਂ ਦੀ। ਮੋਹਨ ਭਾਗਵਤ ਉਹਨਾਂ ਲੁਧਿਆਣੇ ਆਏ ਸੀਗੇ। ਬਿਲਕੁਲ, ਜੇ ਮੋਹਨ ਭਾਗਵਤ ਉਹਨਾਂ ਲੁਧਿਆਣੇ ਆਣ ਔਰ ਉੱਥੇ ਬੀਜੇਪੀ ਦੇ ਲੀਡਰਾਂ ਨਾਲ ਮੁਲਾਕਾਤ ਨਾ ਹੋਏ ਤੇ ਇਹ ਗੱਲ ਫਿਰ ਇੱਕ ਖਬਰ ਤੇ ਬਣਦੀ ਹੈ। ਔਰ ਵਾਕਈ ਉਹ ਕਾਫੀ ਦੇਰ ਰਾਤ ਗੁਪਤ ਵਿਜ਼ਿਟ ਤੇ, ਇਹ ਵੀ ਕਿਹਾ ਗਿਆ ਕਿ ਉਹ ਗੁਪਤ ਵਿਜ਼ਿਟ ਤੇ ਆਏ ਸੀਗੇ ਭੈਣੀ ਸਾਹਿਬ, ਉੱਥੇ ਇੱਕ ਸਮਾਗਮ ਦੇ ਵਿੱਚ ਪੇਸ਼ ਹੋਏ ਔਰ ਉਸ ਤੋਂ ਬਾਅਦ ਉਹ ਰੇਲਵੇ ਸਟੇਸ਼ਨ ਗਏ, ਕਿਉਂਕਿ ਇਹ ਟ੍ਰੇਨ ਹੀ ਜਾਂਦੇ ਨੇ, ਇਹ ਦੂਜੇ ਵੱਡੇ ਲੀਡਰਾਂ ਵਰਗੇ ਹੈਲੀਕਾਪਟਰ ਜਾਂ ਜਹਾਜ਼ਾਂ ਵਿੱਚ ਨਹੀਂ ਜਾਂਦੇ। ਸਟੇਸ਼ਨ ਗਏ ਔਰ ਸਿੱਧਾ ਵਾਪਸ। ਔਰ ਉਹੀ ਕੁਝ ਦਿਨ ਪਹਿਲੇ ਇਹ ਵੀ ਕਹਿੰਦੇ ਹੋਏ ਸੁਣੇ ਗਏ, ਨਾਗਪੁਰ ਦੇ ਵਿੱਚ ਹੀ ਉਹਨਾਂ ਨੇ ਕੁਝ ਸਟੂਡੈਂਟਸ ਨੂੰ ਆਪਣਾ ਇੱਕ ਭਾਸ਼ਣ ਦਿੰਦੇ ਹੋਏ ਕਿਹਾ, ਜਦ ਮੈਨੂੰ
ਇਹ ਜਿਹੜੀ Z+ ਸਿਕਿਉਰਿਟੀ ਮਿਲੀ ਨਾ, ਮੈਨੂੰ ਕਹਿੰਦੇ ਚੰਗਾ ਤੇ ਬਹੁਤ ਲੱਗਿਆ ਕਿ ਅਚਾਨਕ ਹੀ ਤੁਹਾਨੂੰ ਆਪਣਾ ਕੱਦ ਵੱਡਾ ਵੱਡਾ ਜਿਹਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਪਰ ਕਹਿੰਦੇ ਉਸ ਵਕਤ ਬੜੀ ਹੈਰਾਨੀ ਹੋਈ ਜਦ ਮੈਂ ਪੂਨੇ ਰੇਲਵੇ ਸਟੇਸ਼ਨ ਦੇ ਵਿੱਚ ਰੀਸੈਂਟਲੀ ਉਤਰਿਆ ਔਰ ਸਵੇਰੇ ਸਵੇਰੇ ਮੇਰੀ ਗੱਡੀ ਪੂਨੇ ਰੇਲਵੇ ਸਟੇਸ਼ਨ ਲੱਗੀ ਤੇ ਪੁਲਿਸ ਵਾਲਿਆਂ ਨੇ ਜਿਹੜੇ ਸੁੱਤੇ ਹੋਏ ਲੋਕਾਂ ਸੀ ਉਹਨਾਂ ਨੂੰ ਉਠਾਉਣਾ ਸ਼ੁਰੂ ਕਰਤਾ ਕਿ ਬਈ ਮੇਰੀ ਸਿਕਿਉਰਿਟੀ ਕਰਕੇ। ਔਰ ਉਸ ਤੋਂ ਬਾਅਦ ਕਹਿੰਦੇ ਜਦ ਮੈਂ ਉੱਥੋਂ ਨਿਕਲ ਰਿਹਾ ਸੀ, ਇੱਕ ਹਸਬੈਂਡ ਵਾਈਫ ਗੱਲ ਕਰ ਰਹੇ ਸੀ ਆਪਸ ਵਿੱਚ, ਕਹਿੰਦੇ ਯਾਰ ਇਹ ਕੌਣ ਹੈਗਾ? ਕਹਿੰਦੇ ਇਹ ਕੋਈ ਵੱਡੀ ਮਛਲੀ ਫੜੀ ਗਈ ਹੈ। ਇਸ ਕਰਕੇ ਕਹਿੰਦਾ ਮੈਨੂੰ ਉਸ ਦਿਨ ਅਹਿਸਾਸ ਹੋਇਆ ਮੋਹਨ ਭਾਗਵਤ ਜੀ ਕਿ ਇਹ ਸਿਕਿਉਰਿਟੀ ਮਿਲਣ ਦਾ ਮਤਲਬ ਕੀ ਹੁੰਦਾ ਹੈ। ਯਾਨੀ ਮੈਨੂੰ ਕਹਿੰਦੇ ਵੱਡੀ ਮਛਲੀ ਦੇ ਤੌਰ ਤੇ ਰੈਫਰ ਕੀਤਾ ਗਿਆ ਕਿ ਇਹ ਵੱਡੀ ਮਛਲੀ ਫੜੀ ਹੈ ਕੋਈ, ਤੇ ਤਾਂ ਕਰਕੇ ਇੰਨੀ ਸਿਕਿਉਰਿਟੀ ਹੈਗੀ ਹੈ। ਹੁਣ ਗੱਲ ਇੰਡੀਆ ਦੀ ਅਲਾਈਅੰਸ ਦੀ ਗੱਲ ਕਰੀਏ, ਆਪਾਂ ਕੋਆਰਡੀਨੇਸ਼ਨ ਕਮੇਟੀ ਦੀ ਉਹ ਮੀਟਿੰਗ ਜਿਹੜੀ ਸੈਪਟੈਂਬਰ 13 ਨੂੰ ਹੋਣੀ ਹੈ, ਅੱਜ ਤੋਂ 2 ਦਿਨ ਬਾਅਦ, ਉਹਦੇ ਵਿੱਚ ਜਿਹੜੀ ਰੌਣਕਾਂ ਲੱਗਣੀ ਹੈ ਉਹਦਾ ਜ਼ਿਕਰ ਤੇ ਅਸੀਂ ਬਾਅਦ ਚੋਂ ਕਰਾਂਗੇ। ਹਲਕਾ ਜਿਹਾ ਜ਼ਿਕਰ ਅਸੀਂ ਕਰਕੇ ਹਟੇ ਹਾਂ। ਫਿਲਹਾਲ ਇੰਡੀਆ ਦਾ ਨਾਂ ਭਾਰਤ ਚੇਂਜ ਜਿਹੜਾ ਕੀਤਾ ਗਿਆ ਉਹਦੇ ਵਿੱਚ ਹਿਸਟੋਰੀਅਨ ਆਪਣੀ ਵੱਖਰੀ ਰਾਹ ਦੱਸਦੇ ਨੇ। ਉਹ ਕਹਿੰਦੇ ਨੇ ਇੰਡੀਆ ਦਾ ਬ੍ਰਿਟਿਸ਼ ਰਾਜ ਨਾਲ ਕੋਈ ਲੈਣਾ ਦੇਣਾ ਨਹੀਂ। G20 ਮੀਟਿੰਗ ਦੀ ਇਨੋਗ੍ਰੇਸ਼ਨ ਦੇ ਵਿੱਚ ਭਾਰਤ ਨਾਂ ਦੀ ਇੱਕ ਤਰੀਕੇ ਨਾਲ ਕੀ ਮਹੱਤਵ ਹੈ ਉਹਦੀ ਗੱਲ ਤੇ ਮੋਦੀ ਸਾਹਿਬ ਨੇ ਕੀਤੀ ਸੀ। ਪਰ ਜਿਸ ਤਰੀਕੇ ਨਾਲ ਇਹ ਭਰਮ ਫੈਲਾਇਆ ਜਾ ਰਿਹਾ ਹੈ ਕਿ ਇੰਡੀਆ ਬ੍ਰਿਟਿਸ਼ ਇੰਡੀਆ ਕੰਪਨੀ ਜਿਹੜੀ ਆਈ ਸੀਗੀ ਉਹਦੇ ਨਾਲ ਰਿਲੇਟਡ ਹੈਗਾ, ਇਹ ਬਲਕਿ ਇੰਡੀਆ ਸ਼ਬਦ ਵੀ ਗ੍ਰੀਕ ਤੋਂ ਨਿਕਲਿਆ ਹੋਇਆ ਔਰ ਬੜਾ ਹਜ਼ਾਰਾਂ ਸਾਲ ਪੁਰਾਣਾ ਇਹ ਸ਼ਬਦ ਹੈ। ਔਰ ਇੰਡੀਆ ਔਰ ਬ੍ਰਿਟਿਸ਼ਰ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਦੈਨਿਧੀ ਸਟਾਲਿਨ ਦੀ ਤੁਸੀਂ ਗੱਲ ਕੀਤੀ, ਕਈ ਵਾਰ ਤੁਸੀਂ ਪੋਲਿਟਿਕਸ ਦੇ ਵਿੱਚ ਕੋਈ ਕੰਟਰੋਵਰਸ਼ੀਅਲ ਬਿਆਨ ਦੇ ਕੇ ਵੱਡੇ ਹੋ ਜਾਂਦੇ ਹੋ। ਇਹੀ ਕੁਝ ਉਦੈਨਿਧੀ ਉਹਨਾਂ ਵੀ ਕਰ ਰਿਹਾ, ਕਿਉਂਕਿ ਉਦੈਨਿਧੀ ਪਹਿਲੇ ਫਿਲਮਾਂ ਦੇ ਵਿੱਚ ਕੰਮ ਕਰਦੇ ਸੀਗੇ ਔਰ ਫਿਲਮਾਂ ਦੇ ਵਿੱਚ ਵੀ ਕੋਈ ਵੱਡਾ ਰੋਲ ਨਹੀਂ ਕੀਤਾ। ਐਂਟੀ ਰਾਮਾ ਰਾਓ ਨਹੀਂ ਸੀਗੇ ਉਹ ਬੇਸਿਕਲੀ ਛੋਟੇ ਛੋਟੇ ਰੋਲ ਕਰਕੇ ਆਪਣਾ ਗੁਜ਼ਰ ਬਸਰ, ਹਾਲਾਂਕਿ ਮੁੱਖ ਮੰਤਰੀ ਦੇ ਪੁੱਤਰ ਨੇ ਔਰ ਇਹਨਾਂ ਦੇ ਪਿਤਾ ਦਾ ਵੀ ਕੱਦ ਕੋਈ ਬਹੁਤ ਵੱਡਾ ਨਹੀਂ ਸੀ ਜਦ ਤੱਕ ਇਹਨਾਂ ਦੇ ਪਿਤਾ ਯਾਨੀ ਜਿੰਦਾ ਸੀਗੇ। ਉਸ ਤੋਂ ਬਾਅਦ ਉਹਨਾਂ ਦੀ ਡੈਥ ਤੋਂ ਬਾਅਦ ਇਹਨਾਂ ਦੇ ਪਿਤਾ ਦਾ ਕੱਦ ਵੱਡਾ ਹੋਇਆ, ਹਾਲਾਂਕਿ ਡੈਥ ਤੋਂ ਬਾਅਦ ਨਹੀਂ, ਲੇਕਿਨ ਇਹ ਜਿਹੜਾ ਸਨਾਤਨ ਧਰਮ ਵਾਲੀ ਜਿਹੜੀ ਇਹਨਾਂ ਨੇ ਬਿਆਨ ਦਿੱਤਾ ਹੈ ਉਹਦੇ ਕਰਕੇ ਕੇਂਦਰੀ ਲੈਵਲ ਤੇ ਅੱਜ ਦੀ ਡੇਟ 'ਚ ਉਦੈਨਿਧੀ ਨੂੰ ਆਪਾਂ ਵੀ ਨਹੀਂ 4-5 ਦਿਨ ਪਹਿਲੇ ਤੱਕ ਜਾਣਦੇ ਸੀ ਜਦ ਤੱਕ ਇਹਨਾਂ ਨੇ ਇਦਾਂ ਦਾ ਬਿਆਨ ਨਹੀਂ ਦਿੱਤਾ ਸੀਗਾ। ਹੁਣ ਸਾਨੂੰ ਵੀ ਪਤਾ ਕਿ ਉਦੈਨਿਧੀ ਨਾਂ ਦਾ ਕੋਈ ਸ਼ਖਸ ਹੈਗਾ, ਉਹ ਸਟੈਲਿਨ ਦਾ ਮੁੰਡਾ ਹੈਗਾ। ਹੁਣ ਰਾਜਨੀਤੀ ਦੇ ਅੱਗੇ ਵਧਣਾ ਚਾਹੁੰਦਾ, ਕੰਟਰੋਵਰਸ਼ੀਅਲ ਸਟੇਟਮੈਂਟ ਦੇਣ ਤੋਂ ਬਾਅਦ ਉਹ ਮੋਦੀ ਉਹਨਾਂ ਦੀ ਵੀ ਅੱਖਾਂ ਦੇ ਵਿੱਚ ਅੜਕਣ ਲੱਗ ਗਿਆ। ਇਹ ਸਾਰੀ ਗੱਲਾਂ ਦੇ ਰਾਹੀਂ, ਕੰਟਰੋਵਰਸ਼ੀਅਲ ਸਟੇਟਮੈਂਟ ਦੇ ਰਾਹੀਂ ਤੁਸੀਂ ਕਿੱਦਾਂ ਵੱਡੇ ਹੋ ਸਕਦੇ ਹੋ, ਉਹ ਕੋਈ ਉਦੈਨਿਧੀ ਤੋਂ ਕੋਈ ਟਿਊਸ਼ਨ ਜੀ ਲਏ ਤੇ ਸਮਝ ਆ ਸਕਦਾ। ਹੁਣ ਇਹ ਸਾਰੀ ਗੱਲਾਂ ਦੇ ਵਿੱਚ ਅੱਗੇ ਚੱਲ ਕੇ ਰੌਣਕਾਂ ਲੱਗਣੀ ਜਾਰੀ ਰਹਿਣਗੀਆਂ ਇੰਡੀਆ ਜਾਂ ਨੈਸ਼ਨਲ ਪੋਲਿਟਿਕਸ ਦੇ ਵਿੱਚ, ਕਾਰਨ ਕਿ ਸਾਰਿਆਂ ਨੇ ਆਪਣੀ ਆਪਣੀ ਕਮਰ ਕੱਸ ਲਈ ਹੈ ਕਿ ਕਿਸ ਤਰ੍ਹਾਂ 2024 ਦੇ ਇਲੈਕਸ਼ਨ ਲੜਨੇ ਆ। ਇਹ ਜਿਹੜੇ ਪੋਲੀਟੀਕਲ ਸ਼ਾਦੀਆਂ ਜਿਹਨੂੰ ਕਹਿੰਦੇ ਨੇ ਉਹ ਕਦੋਂ ਤੇ ਕਿੱਦਾਂ ਹੋਣਗੀਆਂ? ਸ਼ਾਦੀਆਂ ਦਾ ਸੀਜ਼ਨ ਨਵੰਬਰ ਦੇ ਮਹੀਨੇ ਸ਼ੁਰੂ ਹੁੰਦਾ ਹੈ ਤੇ ਪੋਲੀਟੀਕਲ ਸ਼ਾਦੀਆਂ ਦਾ ਸੀਜ਼ਨ ਤੇ ਹੁਣੇ ਸ਼ੁਰੂ ਹੋ ਗਿਆ, ਪਰ ਦੇਖੋ ਕਿਹਦੀ ਸ਼ਾਦੀ ਕਿਹਦੇ ਨਾਲ ਹੋਣੀ। ਇੰਦਰਪ੍ਰੀਤ ਬਹੁਤ ਕਾਹਲੀ 'ਚ ਨੇ, ਇਹਨਾਂ ਨੇ ਜਾਣਾ। ਮੁੱਖ ਮੰਤਰੀ ਦਾ ਇੱਕ ਸਮਾਗਮ ਹੈ ਅੱਜ, ਇੱਕ ਸਮਿਟ ਪੰਜਾਬ ਦੀ ਹੋ ਰਹੀ ਹੈ ਔਰ ਟੂਰਿਜ਼ਮ ਨੂੰ ਲੈ ਕੇ ਉੱਥੇ ਇਹਨਾਂ ਨੇ ਪਹੁੰਚਣਾ ਹੈ। ਪਰ ਆਖਰੀ ਗੱਲ ਇੰਦਰਪ੍ਰੀਤ ਜੀ, ਜੇ ਤੁਸੀਂ ਕਰਨਾ ਚਾਹੋ ਗੱਲ, ਇਹਨਾਂ ਨੇ ਵੱਡੀ ਮੱਛੀ ਦੀ ਕੀਤੀ ਹੈ ਜਿਹੜੀ ਭਾਗਵਤ ਸਾਹਿਬ ਨਾਲ ਜੁੜੀ ਵੀ, ਕੋਈ ਅੱਜ ਵੱਡੀ ਮੱਛੀ ਫੜੀ ਗਈ ਲੱਗਦੀ, ਪਰ ਜਿਹੜੀਆਂ ਛੋਟੀਆਂ ਮੱਛੀਆਂ ਸੀ ਉਹਨਾਂ ਨੂੰ ਮੋਗੇ 'ਚ ਮੁੱਖ ਮੰਤਰੀ ਸਾਹਿਬ ਨੇ ਬਹੁਤਾ ਘਾਹ ਨਹੀਂ ਪਾਇਆ। ਇੱਕ ਸਾਬਕਾ ਵਜ਼ੀਰ ਤੇ ਇੱਕ ਮੌਜੂਦਾ MLA ਦੋਨੇ ਤਰਲੇ 'ਚ ਲੈਂਦੇ ਰਹੇ ਕਿ ਮੁੱਖ ਮੰਤਰੀ ਦੇ ਨੇੜੇ ਪਲ ਲਈ ਹੋ ਲਈਏ, ਜਿਨ੍ਹਾਂ 'ਚ ਕੋਟਪੱਤਾ ਸਾਹਿਬ ਵੀ ਔਰ ਇੱਕ ਡਾਕਟਰ ਸਿੰਗਲਾ ਸਾਹਿਬ ਦੋਨੇ। ਭਾਸਕਰ ਸਾਹਿਬ ਤੁਸੀਂ ਗੱਲ ਕਰਨੀ ਹੈ ਕਿ ਇੰਦਰਪ੍ਰੀਤ ਜੀ ਕਰਨਗੇ? ਇਹ ਮੈਨੂੰ ਫੈਸਲਾ ਕਰਕੇ ਦੱਸੋ ਕਿਉਂਕਿ ਮੈਨੂੰ ਦਿਲਚਸਪੀ ਜਾਗੀ ਉਹਦੇ 'ਚ। ਕਰ ਲੈਣ ਭਾਸਕਰ ਸਾਹਿਬ ਨੂੰ। ਜਿੱਥੇ ਤੱਕ ਆ ਜਿਹੜੇ ਅਮਿਤ ਰਤਨ ਕੋਟਪੱਤਾ ਤੇ ਵਿਜੇ ਸਿੰਗਲਾ ਹੋਣਾ ਦਾ, ਇਹਨਾਂ ਦੇ ਵਾਸਤੇ ਬੜੀ ਮੁਸੀਬਤ ਜੀ ਹੋ ਗਈ। ਹੁਣ ਇਹ ਕੱਢੇ ਹੋਏ ਨੇ ਕਿ ਅੰਦਰ ਨੇ, ਮੱਲੋ ਮੱਲੀ ਜਾ ਕੇ ਬਹਿੰਦੇ ਨੇ ਕਿ ਕੋਈ ਇਹਨਾਂ ਨੂੰ ਬੁਲਾਉਂਦਾ ਹੈ। ਕਿਉਂਕਿ ਪਹਿਲੇ ਵੀ ਇਹ ਖਬਰ ਬਹੁਤ ਵਾਰ ਛਪੀ ਕਿ ਭਾਵੇਂ ਉਹ 15 ਅਗਸਤ ਦਾ ਫੰਕਸ਼ਨ ਹੋਏ, ਉੱਥੇ ਵੀ ਅਗਲੀ ਰੋਹ ਦੇ ਵਿੱਚ DC SSP ਨਾਲ ਇਹ ਬਿਲਕੁਲ ਡਟ ਕੇ ਲੱਤਾਂ ਤੇ ਲੱਤਾਂ ਡਾਹ ਕੇ ਬਹਿੰਦੇ ਸੀਗੇ, ਪਰ ਇਹਨਾਂ ਨੂੰ ਬਹੁਤੀ ਤਵੱਜੋ ਉੱਥੇ ਵੀ ਨਹੀਂ ਮਿਲੀ ਸੀ। ਹੁਣ ਮੁੱਖ ਮੰਤਰੀ ਸਾਹਿਬ ਨੇ ਤੇ ਕੱਲ ਜਦ ਮੋਗਾ ਦੇ ਵਿੱਚ, ਨਹੀਂ ਕੱਲ ਨਹੀਂ 2-3 ਦਿਨ ਪਹਿਲੇ ਟੀਚਰਸ ਡੇ ਦਾ ਫੰਕਸ਼ਨ ਸੀਗਾ, ਉਹਦੇ ਵਿੱਚ ਜਿਸ ਤਰੀਕੇ ਨਾਲ ਇਹ ਦੋਨੋਂ ਲੀਡਰ ਇਹ ਬਿਲਕੁਲ ਲੱਗੇ ਉਹੀ ਲੱਤਾਂ ਤੇ ਲੱਤਾਂ ਪਾ ਕੇ ਬੈਠੇ ਸੀ, ਡਾਹ ਕੇ ਬੈਠੇ ਸੀਗੇ, ਉਹਦੇ ਵਿੱਚ ਮੁੱਖ ਮੰਤਰੀ ਨੇ ਬਹੁਤੀ ਤਵੱਜੋ ਨਹੀਂ ਦਿੱਤੀ ਕਿਉਂਕਿ ਆਪਣੇ ਭਾਸ਼ਣ ਦੇ ਵਿੱਚ ਇਹਨਾਂ ਦਾ ਤੇ ਨਾਂ ਹੀ ਨਹੀਂ ਲਿਆ। ਇਹਨਾਂ ਦੇ ਆਲੇ ਦੁਆਲੇ ਬੈਠੇ ਸੀ ਉਹਨਾਂ ਦਾ ਨਾਂ ਫਿਰ ਵੀ ਲੈ ਲਿਆ, ਔਰ ਬਾਅਦ ਚੋਂ ਜਦ ਮੁੱਖ ਮੰਤਰੀ ਦੇ ਜਾਣ ਦਾ ਟਾਈਮ ਹੋਇਆ ਤੇ ਇਹ ਪਹਿਲੇ ਹੀ ਆ ਕੇ ਗੇਟ ਤੇ ਖੜੇ ਹੋ ਗਏ ਕਿ ਵੀ ਆਪਾਂ ਮੁਲਾਕਾਤ ਕਰਾਂਗੇ, ਕੁਝ ਜੱਫੀ ਪਾਵਾਂਗੇ। ਪਰ ਮੁੱਖ ਮੰਤਰੀ ਦੇ ਉੱਥੇ ਜਾਣ ਤੋਂ ਪਹਿਲੇ ਪੁਲਿਸ ਵਾਲਿਆਂ ਨੇ ਇਹਨਾਂ ਦੋਨਾਂ ਨੂੰ ਪਿਛਾਂ ਕਰਤਾ ਕਿ ਵੀ ਜਾਓ ਆਪਣੀ ਸੀਟ ਤੇ। ਯਾਨੀ ਇਹ ਗੱਲ ਸਾਫ਼ ਹੈ ਕਿ ਭਗਵੰਤ ਮਾਨ ਉਹਨਾਂ ਨੂੰ ਚੇਚੇ ਤੌਰ ਤੇ ਇਹ ਗੱਲ ਦੱਸੀ ਗਈ ਹੈ ਵੀ ਇਹਨਾਂ ਦੋਨਾਂ ਤੋਂ ਦੂਰੀਆਂ ਬਣਾ ਕੇ ਰੱਖੋ, ਕਿਉਂਕਿ ਅੰਡਰ ਸਕੈਨਰ ਨੇ ਇੱਕ ਨੂੰ ਤਾਂ ਤੁਸੀਂ ਆਪ ਕੱਢਿਆ ਵੀਡੀਓ ਜਾਰੀ ਕਰਕੇ, ਔਰ ਸਬੂਤ ਵੀ ਨਹੀਂ ਹਜੇ ਤੱਕ ਤੁਸੀਂ ਕੋਰਟ 'ਚ ਸਬਮਿਟ ਕੀਤੇ। ਜੇ
ਆਲੇ ਦੁਆਲੇ ਜੱਫੀ ਪਾਉਂਦੇ ਦੇਖੇ ਗਏ ਤੇ ਇਹ ਪੋਲੀਟੀਕਲੀ ਮੁੱਦਾ ਅੱਗੇ ਚੱਲ ਕੇ ਹੋਰ ਹਾਵੀ ਹੋ ਸਕਦਾ। ਇਹ ਬਿਲਕੁਲ ਅਸੀਂ ਲਾਈਟ ਮੂਡ ਦੇ ਵਿੱਚ ਹਾਸੇ ਠੱਠੇ 'ਚ ਗੱਲ ਕੀਤੀ ਹੈ। ਇਹਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਨੀਵਾਂ ਦਿਖਾਉਣ ਦੀ ਸਾਡੀ ਕੋਈ ਮਨਸ਼ਾ ਨਹੀਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।